ਦਰੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਕੀ ਤੁਹਾਨੂੰ ਦੇਸ਼ ਨਾਲ ਪਿਆਰ ਹੈ? ਦੇਸ਼ ਪ੍ਰੇਮੀ ਹੋ, ਰਾਸ਼ਟਰਵਾਦੀ ਹੋ? ਇਹ ਦੇਸ਼ ਪ੍ਰੇਮੀ ਤੇ ਰਾਸ਼ਟਰਵਾਦੀ ਸੇਮ ਹੀ ਗੱਲ ਹੈ। ਐਂਟੀ ਨੈਸ਼ਨਲ ਤੇ ਨਹੀਂ ਹੋ ਨਾ। ਬੜੇ ਪ੍ਰਮੁੱਖ ਮੁੱਦੇ ਨੇ। ਸਾਡਾ ਭਾਰਤ ਮਹਾਨ, ਦੇਸ਼ ਨੂੰ ਮਹਾਨ ਬਣਾਉਣਾ ਹੈ, ਵਿਸ਼ਵ ਸ਼ਕਤੀ ਬਣਾਉਣਾ ਹੈ। 5000 ਸਾਲ ਪੁਰਾਣੀ ਸੰਸਕ੍ਰਿਤੀ ਹੈ, ਕੋਈ ਖਰਾਬ ਨਾ ਕਰ ਦੇਵੇ। ਗਊ ਨੂੰ ਪਿਆਰ ਕਰਦੇ ਹੋ? ਸਿਨੇਮਾ ਘਰ ਵਿੱਚ ਜਨਗਣ ਮਨ ਲਈ ਖੜੇ ਹੁੰਦੇ ਹੋ? ਬਹਾਨੇਬਾਜ਼ੀ ਤਾਂ ਨਹੀਂ ਨਾ ਕਰਦੇ? ਮਨ ਕੀ ਬਾਤ ਸੁਣਦੇ ਹੁੰਦੇ ਹੋ? ਅੱਛਾ ਇਹ ਦੱਸੋ JNU ਬਾਰੇ ਕੀ ਵਿਚਾਰ ਨੇ ਤੁਹਾਡੇ? ਤੇ ਰੋਹਿੰਗਿਆ ਮੁਸਲਮਾਨਾਂ ਬਾਰੇ? ਅੱਤਵਾਦ ਦਾ ਖਤਰਾ ਬੜਾ ਹੈ, ਪਤਾ ਹੈ ਨਾ? ਸਮਝ ਰਹੇ ਹੋ? ਸਭ ਨੂੰ ਪਹਿਚਾਨ ਲੈਣਾ ਕਿਹੜਾ ਐਂਕਰ ਰਾਸ਼ਟਰਵਾਦੀ ਹੈ, ਕਿਹੜਾ ਐਂਟੀ ਨੈਸ਼ਨਲ ਹੈ, ਕਿਹੜਾ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਮੇਰੀ ਜਾਨ ਨੂੰ ਖਤਰਾ ਤਾਂ ਨਹੀਂ। ਫੌਜ ਦੀ ਤਨਕੀਦ ਨਾ ਕਰਨਾ, ਭਾਵੇਂ ਹਿੰਦੁਸਤਾਨ ਦਾ ਨਾਗਰਿਕ ਜੀਪ ਤੇ ਬੰਨ੍ਹ ਕੇ ਘੁਮਾ ਦੇਵੇ ਕੋਈ ਅਫਸਰ। ਅਸੀਂ ਰਾਸ਼ਟਰਵਾਦ ਦੇ ਇਸ ਮੁਕਾਮ ਤੱਕ ਕਿਵੇਂ ਪਹੁੰਚੇ? ਗੁਆਂਢੀ ਮੁਲਕ ਵਿੱਚੋਂ ਦੁਸ਼ਮਣ ਲੱਭਦੇ ਲੱਭਦੇ ਹੁਣ ਤਾਂ ਗੁਆਂਢੀ ਵਿੱਚੋਂ ਵੀ ਦੁਸ਼ਮਣ ਲੱਭ ਰਹੇ ਆ। ਦੁਸ਼ਮਣ ਦੀ ਤਲਾਸ਼ ਸਾਨੂੰ ਦੇਸ਼ ਪ੍ਰੇਮੀ ਬਣਾ ਰਹੀ ਹੈ। ਸਵਾਲ ਪੁੱਛਣਾ ਐਂਟੀ ਨੈਸ਼ਨਲ ਲੱਗਦਾ ਕਦੀ ਕਦੀ। ਕਿਸਾਨ ਦੀ, ਮਜ਼ਦੂਰ ਦੀ ਬਦਤਰ ਹਾਲਤ, ਡਿਮੋਨੇਟਾਈਜੇਸ਼ਨ ਦੇ ਉੱਤੇ ਸਵਾਲ, ਤੇ ਉਹ GST ਵਾਲਾ ਮਾਮਲਾ ਠੀਕ ਨਹੀਂ ਚੱਲ ਰਿਹਾ। ਸਭ ਆਰਥਿਕਤਾ ਦੇ ਸਵਾਲ ਇਹ ਵੀ ਕਦੀ ਕਦੀ ਐਂਟੀ ਨੈਸ਼ਨਲ ਬਣਾ ਕੇ ਪੇਸ਼ ਕੀਤੇ ਜਾਂਦੇ ਨੇ। ਪਰ ਇੱਕ ਗੱਲ ਦੱਸੋ, 1 ਮਿੰਟ ਜੇ ਸਿਨੇਮੇ ਵਿੱਚ ਖੜੇ ਹੋ ਜਾਓ ਤੁਸੀਂ ਜਨਗਣ ਮਨ ਲਈ ਤੇ ਲੱਤਾਂ ਥੱਕ ਜਾਂਦੀਆਂ ਸਾਡੀਆਂ। ਜੇ ਵੰਦੇ ਮਾਤਰਮ ਗਾਓਗੇ ਤੇ ਕੁਝ ਘਸ ਜਾਂਦਾ ਸਾਡਾ। ਸਵਾਲ ਤੇ ਇਹ ਵੀ ਠੀਕ ਜਾਪਦਾ। ਤੇ ਜਵਾਬਾਂ ਦੀ ਤਲਾਸ਼ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਜੀ। ਐਕੈਡੈਮਿਕ ਨੇ, ਸਾਹਿਤ ਦੀ ਦੁਨੀਆ ਨਾਲ ਜੁੜੇ ਹੋਏ ਨੇ। ਉਹਨਾਂ ਵਿਚਾਰਵਾਨ ਲੋਕਾਂ ਦੇ ਨਾਲ ਜਿਹੜੇ ਸਾਨੂੰ ਸਮਝਾਉਂਦੇ ਨੇ ਕਿ ਜੋ ਸਰਕਾਰਾਂ ਦੱਸ ਰਹੀਆਂ ਨੇ ਰਾਸ਼ਟਰਵਾਦ, ਉਹ ਰਾਸ਼ਟਰਵਾਦ ਨਹੀਂ ਹੁੰਦਾ, ਰਾਸ਼ਟਰਵਾਦ ਕੋਈ ਹੋਰ ਚੀਜ਼ ਹੁੰਦਾ। ਤੇ ਅਸੀਂ ਤੁਹਾਨੂੰ ਸਮਝਾਉਂਦੇ ਹਾਂ, ਸਾਨੂੰ ਪਤਾ। ਸਾਡੇ ਨਾਲ ਜੁੜ ਰਹੇ ਨੇ ਹੇਮੰਤ ਗੋਸਵਾਮੀ ਜੀ। ਹੇਮੰਤ ਗੋਸਵਾਮੀ ਜੀ ਬਹੁਤ ਹੀ ਪਰਸੈਪਟਿਵ ਸੋਸ਼ਲ ਐਕਟਿਵਿਸਟ ਨੇ, ਬੜੇ ਸਟਰੋਂਗ ਪੋਲੀਟੀਕਲ ਵਿਊਜ਼ ਰੱਖਦੇ ਨੇ ਇਸ ਮੁੱਦੇ ਦੇ ਉੱਤੇ। ਸਾਡੇ ਨਾਲ ਜੁੜ ਰਹੇ ਨੇ ਸੁਰਜੀਤ ਜੱਜ ਜੀ। ਸੁਰਜੀਤ ਜੱਜ ਜੀ ਪੰਜਾਬ ਦੇ ਸਰਕਰਦਾ ਪੋਇਟ ਨੇ, ਪ੍ਰਗਤੀਵਾਦੀ ਲੇਖਕ ਸੰਘ ਦੇ ਨਾਲ ਜੁੜੇ ਹੋਏ ਨੇ, ਜਨਰਲ ਸਕੱਤਰ ਨੇ, ਤੇ ਲੇਖਕਾਂ ਦੀ ਉਸ ਭੀੜ ਦੀ ਨੁਮਾਇੰਦਗੀ ਕਰਦੇ ਨੇ ਜਿਹੜੀ ਲਗਾਤਾਰ ਇਹ ਕਹਿ ਰਹੀ ਹੈ ਕਿ ਰਾਸ਼ਟਰਵਾਦ ਦੀ ਜਿਹੜੀ ਪਰਿਭਾਸ਼ਾ ਸਾਨੂੰ ਦਿੱਤੀ ਜਾ ਰਹੀ ਹੈ ਇਹ ਥੋੜੀ ਭਗਵੇ ਰੰਗ ਦੀ ਹੈ। ਸਾਡੇ ਨਾਲ ਜੁੜ ਰਹੇ ਨੇ ਅਰਜੁਨ ਸ਼ੌਰਾਨ ਜੀ। ਅਰਜੁਨ ਸ਼ੌਰਾਨ ਜੀ ਹਿਊਮਨ ਰਾਈਟਸ ਦੀ ਦੁਨੀਆ ਵਿੱਚ ਕੰਮ ਕਰਦੇ ਨੇ, ਵਕਾਲਤ ਦੇ ਸ਼ੋਬੇ ਨਾਲ ਵਾਸਤਾ ਰੱਖਦੇ ਨੇ, ਨੈਸ਼ਨਲ ਆਰਗੇਨਾਈਜ਼ਿੰਗ ਸੈਕਟਰੀ ਨੇ ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼ ਦੇ। ਸਾਡੇ ਨਾਲ ਜੁੜ ਰਹੇ ਨੇ ਪੋਲੀਟੀਕਲ ਸਾਇੰਟਿਸਟ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਜਿਹੜੇ ਲੰਬੇ ਸਮੇਂ ਤੋਂ ਕਹਿੰਦੇ ਨੇ ਕਿ ਪੋਲੀਟੀਕਲ ਸਾਇੰਸ ਦੇ ਵਿੱਚ ਰਾਸ਼ਟਰਵਾਦ ਦੀ ਜਿਹੜੀ ਪਰਿਭਾਸ਼ਾ ਸਮੇਂ-ਸਮੇਂ ਤੇ ਰਾਜਨੀਤੀ ਅਨੁਸਾਰ ਬਦਲਦੀ ਰਹਿੰਦੀ ਹੈ। ਪਰ ਸੁਖਦੇਵ ਸਿੰਘ ਸਿਰਸਾ ਜੀ, ਮੈਨੂੰ ਤੇ ਇੰਨਾ ਪਤਾ ਹੈ ਵੀ ਆਦਮੀ ਨੂੰ ਰਾਸ਼ਟਰਵਾਦੀ ਹੋਣਾ ਚਾਹੀਦਾ ਕਿ ਦਰਅਸਲ ਮੇਰੀ ਇਹ ਸਮਝ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਹੈ ਤੇ ਰਾਸ਼ਟਰਵਾਦੀ ਹੋਣ 'ਚ ਕੋਈ ਕੀ ਮੁਸ਼ਕਲ ਹੈਗੀ ਹੈ? ਕਿਉਂ ਰੌਲਾ ਇੰਨਾ ਪਾਇਆ? ਤੁਸੀਂ ਤੇ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਇੱਕ ਸਮਾਗਮ ਵੀ ਰਚਣ ਜਾ ਰਹੇ ਹੋ ਛੇਤੀ, ਜਿੱਥੇ ਤੁਸੀਂ ਦੇਸ਼ ਦੇ ਤਮਾਮ ਬੁੱਧੀਜੀਵੀਆਂ ਨੂੰ ਬੁਲਾ ਕੇ ਇਹ ਸਮਝਾਉਣਾ ਚਾਹ ਰਹੇ ਹੋ ਕਿ ਰਾਸ਼ਟਰਵਾਦੀ ਬਹਿਸ ਦੇਸ਼ ਵਿੱਚ ਝੂਠੀ ਚੱਲ ਰਹੀ ਹੈ। ਵਾਟ ਇਜ਼ ਦ ਪ੍ਰੋਬਲਮ ਵਿਦ ਰਾਸ਼ਟਰਵਾਦ? ਦੇਖੋ, ਮਸਲਾ ਰਾਸ਼ਟਰਵਾਦੀ ਹੋਣ ਦਾ ਨਹੀਂ, ਮਸਲਾ ਰਾਸ਼ਟਰਵਾਦੀ ਹੋਣ ਦਾ ਜਾਂ ਰਾਸ਼ਟਰ ਭਗਤ ਹੋਣ ਦਾ ਢੌਂਗ ਰਚਾਉਣ ਦਾ ਆ। ਅੱਜ ਜਿਸ ਕਿਸਮ ਦਾ ਪਖੰਡ ਰਚਿਆ ਜਾ ਰਿਹਾ, ਅੱਜ ਜਿਵੇਂ ਖਾਸ ਤੌਰ ਤੇ ਪਖੰਡ ਉਹ ਰਚ ਰਹੇ ਨੇ ਜਿਹੜੇ ਕਹਿ ਰਹੇ ਨੇ ਰਾਸ਼ਟਰਵਾਦੀ ਹੋਣਾ ਚਾਹੀਦਾ, ਜੋ ਰਾਸ਼ਟਰ ਭਗਤ ਹੋਣ ਦੀਆਂ ਗੱਲਾਂ ਕਰ ਰਹੇ ਨੇ, ਅੱਜ ਉਹ ਸਾਡੀ ਬਹੁਤ ਸਾਰੇ ਲੋਕਾਂ ਦੀ ਨਾਗਰਿਕਤਾ ਤੇ ਹੀ ਸਵਾਲ ਚੁੱਕ ਰਹੇ ਨੇ। ਅੱਜ ਖਾਸ ਤੌਰ ਤੇ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ, ਜਿਸ ਕਿਸਮ ਦੀ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾਂਦੀ ਹੈ, ਜਾਂ ਜਿਵੇਂ ਅੱਜ ਉਹਨਾਂ ਦੇ ਅਕੀਦੇ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਸੰਕਟ ਇੱਥੋਂ ਸ਼ੁਰੂ ਹੁੰਦਾ ਆ। ਜਿਵੇਂ ਹਿੰਦੂ ਰਾਸ਼ਟਰਵਾਦੀ ਹੈ, ਸਿੱਖ ਰਾਸ਼ਟਰਵਾਦੀ ਹੈ, ਮੁਸਲਮਾਨ ਵੀ ਰਾਸ਼ਟਰਵਾਦੀ ਹੈ, ਕ੍ਰਿਸਚੀਅਨ ਰਾਸ਼ਟਰ, ਸਭ ਨੂੰ ਹੋਣਾ ਚਾਹੀਦਾ ਰਾਸ਼ਟਰਵਾਦ। ਦੇਖੋ, ਇਹਦੇ ਧਰਮ ਦਾ ਕੀ ਸਬੰਧ? ਕਿਸੇ ਵੀ ਕਮਿਊਨਿਟੀ ਨਾਲ ਇਸ ਕਿਸਮ ਦਾ ਸ਼ਬਦ ਜੋੜਨਾ, ਹਿੰਦੂ ਰਾਸ਼ਟਰਵਾਦੀ, ਸਿੱਖ ਰਾਸ਼ਟਰਵਾਦੀ, ਮੈਨੂੰ ਕਦੇ ਇਸ ਕਿਸਮ ਦਾ ਸੰਕਟ ਨਹੀਂ ਲੱਗਿਆ ਕਿ ਹਿੰਦੁਸਤਾਨ ਦਾ ਹਿੰਦੂ ਕੋਈ ਨਹੀਂ ਕਹਿ ਰਿਹਾ ਹਿੰਦੂ ਰਾਸ਼ਟਰ, ਕੋਈ ਨਹੀਂ ਕਹਿ ਰਿਹਾ ਕਿ ਹਿੰਦੂ ਰਾਸ਼ਟਰਵਾਦੀ ਹੋਣਾ ਚਾਹੀਦਾ। ਉਹ ਕਹਿ ਰਹੇ ਨੇ ਰਾਸ਼ਟਰਵਾਦੀ ਹੋਣਾ ਚਾਹੀਦਾ। ਜਿਸ ਕਿਸਮ ਦੀ ਹੁਣ ਗੱਲਾਂ ਚੱਲ ਰਹੀਆਂ ਨੇ ਇਸ ਵੇਲੇ, ਸਾਡੀ ਜਿਹੜੀ ਨੈਸ਼ਨਲ ਡਿਬੇਟ ਦੇ ਵਿੱਚ ਵੀ ਇਹ ਮੁੱਦਾ ਹੈਗਾ ਜੀ ਕਿ ਭਾਰਤ ਦੀ ਤਲਾਸ਼ ਕਰੋ, ਇੱਕ ਐਸੀ ਸਭਿਅਤਾ ਦੀ ਤਲਾਸ਼ ਕਰੋ ਜਿਹਦੇ ਤੋਂ ਅਸੀਂ ਦੂਰ ਜਾ ਚੁੱਕੇ ਹਾਂ। ਇਸ ਕਿਸਮ ਦੇ ਢੌਂਗ ਰਚੇ ਜਾ ਰਹੇ ਜਿਹੜੀ ਸਾਡੇ ਤੋਂ ਛੁਪਾਈ ਰੱਖੀ ਗਈ ਹੈ ਕਿ ਲੰਬੇ ਸਮੇਂ ਤੋਂ, ਕਿਉਂਕਿ ਵੈਸਟਰਨ ਨੋਸ਼ਨਸ ਦੁਆਰਾ ਹੀ ਅਸੀਂ ਆਪਣੇ ਇਤਿਹਾਸ ਨੂੰ ਸਮਝਿਆ। ਸਾਨੂੰ ਰਾਸ਼ਟਰ ਦਾ ਫਿਕਰ ਨਹੀਂ, ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਬਟੋਰਨ ਦਾ ਫਿਕਰ ਆ। ਅੱਜ ਜਿਹੜੇ ਸਾਡੇ ਰਾਜਨੀਤਿਕ ਉਹ ਸੈਪਰੇਟ ਵੈਸੇ ਕਿਹੜੀ ਪਾਰਟੀ ਨੇ ਰਾਸ਼ਟਰਵਾਦ ਦੇ ਨਾਮ ਤੇ ਜਾਂ ਕੋਈ ਨਾ ਕੋਈ ਹੋਰ ਢੌਂਗ ਕਰਕੇ ਕਦੀ ਗਰੀਬੀ ਹਟਾਓ ਦੇ ਨਾਂ ਤੇ ਵੋਟਾਂ ਨਹੀਂ ਬਟੋਰੀਆਂ। ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਵੱਡੀ ਗਿਣਤੀ ਜਿਹੜਾ ਪੰਜਾਬ ਚੋਂ ਬ੍ਰੇਨ ਡਰੇਨ ਹੋ ਰਿਹਾ, ਦੂਜੇ ਸੂਬਿਆਂ ਚੋਂ ਵੀ ਹੋ ਰਿਹਾ। ਅੱਜ ਇਹਨਾਂ ਆਰਥਿਕ ਮੁੱਦਿਆਂ ਨੂੰ
ਲੋਕਾਂ ਦਾ ਧਿਆਨ ਇਹਨਾਂ ਆਰਥਿਕ ਮੁੱਦਿਆਂ ਵੱਲ ਨਾ ਜਾਵੇ ਜੀ। ਇਹਦੇ ਤੋਂ ਲੋਕਾਂ ਦਾ ਧਿਆਨ ਸਲਾਈਟਲੀ ਡਿਫਰੈਂਟ ਪਰਿਭਾਸ਼ਾ ਕੜੀ ਆ ਰਹੀ ਹੈ। हेमंत गोस्वामी जी ये बाइनरी बना रहे ने भी राष्ट्रवाद बारे गल करनी ते महंगाई बारे गल करनी ते रोजगार बारे गल करनी, इन्हां दे विच कोई बाइनरी है कि ये म्यूचुअली एक्सक्लूसिव चीज़ां ने कि राष्ट्रवाद दा मुद्दा इसलिए उभारिया जा रहा है क्योंकि सरकार लोकां दे आर्थिक जिहड़े क्वेश्चन ने उन्हां नाल इंगेज नहीं कर पा रही? ਇਹ ਪਿਓਰਲੀ ਪੋਲੀਟੀਕਲ ਡਾਇਲੌਗ ਹੈ। ਜਿਹੜੇ ਕਾਮਰੇਡ ਤੇ ਕਮਿਊਨਿਸਟ ਹੈ ਉਹ ਚੱਕ ਰਹੇ ਨੇ, ਕਿਉਂਕਿ ਕਮਿਊਨਿਸਟ ਫਿਲਾਸਫੀ ਜਿਹੜੀ ਹੈ ਉਹ ਸਾਰੀ ਵੈਸਟ ਤੋਂ ਆਉਂਦੀ ਹੈ, ਤੇ ਉਹ ਜਿਹੜੀ ਵੈਸਟਰਨ ਫਿਲਾਸਫੀ ਦਾ ਇਹਦਾ ਜੇ ਜੈਨੇਸਿਸ ਸਮਝੋ ਤੇ ਇਹ ਜਿਹੜੀ ਫਿਲਾਸਫੀ ਹੈ ਇਹ ਐਂਟੀਥੀਸਿਸ ਟੂ ਦਾ ਚਰਚ। ਸੋ ਤੁਹਾਡਾ ਕਹਿਣਾ ਕਿ ਪ੍ਰਚਾਰ ਝੂਠਾ ਪਰ ਇਹ ਲਾਲ ਝੰਡੇ ਵਾਲੇ ਕਰ ਰਹੇ ਨੇ? ਬਿਲਕੁਲ ਇਹ ਲਾਲ ਝੰਡੇ ਵਾਲੇ ਕਰ ਰਹੇ ਨੇ, ਤੇ ਨਾਲ ਇਹ ਜਿਹੜੀ ਜੇ ਤੁਸੀਂ ਸਮਝੋ ਜੈਨੇਸਿਸ ਕਮਿਊਨਿਜ਼ਮ ਦਾ ਕੀ ਹੈ, ਉਹ ਹੈ ਐਂਟੀ ਚਰਚ। फर्स्ट आफ्टर नेपोलियन एंटी धर्म हो गया नहीं, नेपोलियन ते बिस्मार्क दे टाइम ते जिस टाइम कार्ल मार्क्स वाज एट द टाइम ऑफ बिस्मार्क, उस टाइम ए चर्च ते अगेंस्ट द ग्रेट रोमन एम्पायर खड़े होए सी, ते उत्थे एक पोल जेड़ा सी ओ रिलीजन दा सी ते दूजा ओदा एंटीथीसिस सी। ओ सार्थक वैसी उस वेले बिल्कुल। ते ए जेड़ा एंटीथीसिस वाला जेड़ा पूरी दी पूरी फिलासफी है जे चर्च ते अगेंस्ट खड़ी हुई सी, ओ हिंदुस्तान विच भी ओ अप्लाई करन दी कोशिश कर रहे हैं। सुरजीत जज जी बैठे ने, उन्हां दा ये सोचना है कि लाल झंडे वाले तां रौला पा रहे ने पर वो भगवे झंडे वालियां दे रोले दे अगेंस्ट रोला पा रहे हैं। हुण ये अंडरस्टैंड करना पएगा कि ये जिहड़ी ट्रांसलेट कर रहे रोमन एम्पायर नू हिंदुस्तान विच हिंदू दे नाल इक्वेट करन दी कोशिश कर रहे हैं, या ये कह रहे हैं कि ये भी वही काम कर रहे हैं जिहड़ा रोमन एम्पायर कर रहा सी या जिहड़ी चर्च कर रही है, वो मैनूं लगदा है टोटली इलॉजिकल गल है। इहदे विच बिल्कुल भी कोई तथ्य नहीं है, ये सिर्फ बदनाम करन दी ते अपने पावर विच आउट ऑफ पावर ने वापस पावर विच किस तरह आन, और पावर विच तां ही आणगे कि जिहड़ा पावर विच बैठा उहनूं कहे जिहड़ा कुछ भी तू कर रहे हो सारा गलत कर रहे हैं। सुरजीत जज जी हुण तां यूरोप दे विच भी चीज़ां चेंज हो गईयां, हुण ते यूरोप ते अमेरिका दे विच भी रिलीजियस जिहड़ा नैशनलिज्म है वो बड़ी राइज ते है, इस किस्म दे राष्ट्रवाद दी उत्थे भी बड़ी गल हो रही है। ट्रंप ने भी अमरीका ग्रेट बनाना है जिद्दां मोदी साहब ने भारत नूं ग्रेट बनाना है, ते हुण एक ग्रेट बनाने वाली जर्मनी दे विच भी पार्टी ने अच्छियां खासियां सीटां ले लियां ने, 80 तो ज़्यादा सीटां उन्हां दी नैशनल पार्लीमेंट दे विच ने, ते इस सब दे विच की ਤੁਹਾਡੀ ਜਿਹੜੀ ਸਾਰਾ ਜਿਹੜਾ ਫੋਕਸ ਹੈ ਉਹ ਇੱਥੋਂ ਦੀ ਰੂਲਿੰਗ ਪਾਰਟੀ ਦੇ ਉੱਤੇ, ਆਰਐਸਐਸ ਦੇ ਉੱਤੇ ਤੇ ਬੀਜੇਪੀ ਦੇ ਉੱਤੇ ਹੀ ਕੇਂਦਰਿਤ ਹੈ ਕਿ ਤੁਸੀਂ ਲਾਰਜਰ ਗਲੋਬਲ ਪਰਸਪੈਕਟਿਵ ਦੇ ਵਿੱਚ ਲੋਕਾਂ ਵਿੱਚ ਉੱਠਦੀਆਂ ਰਾਸ਼ਟਰਵਾਦ ਦੇ ਪ੍ਰਤੀ ਭਾਵਨਾਵਾਂ ਨੂੰ ਸਮਝ ਵੀ ਪਾ ਰਹੇ ਹੋ? ਦੇਖੋ, ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਅਗਰ ਕੋਈ ਗੱਲ ਯੂਰਪ ਚੋਂ ਉੱਠ ਪਈ ਉਹ ਠੀਕ ਹੀ ਹੋਏਗੀ। ਇਹ ਜਿਹੜਾ ਸਾਡੇ ਦਿਮਾਗਾਂ ਦੇ ਵਿੱਚ ਬੜਿਆ ਹੋਇਆ ਕੀੜਾ ਹੈ, ਇਹ ਤਾਂ ਕਹਿ ਹੀ ਰਹੇ ਨੇ ਮਤਲਬ ਸਵਾਮੀ ਜੀ ਕਿ ਤੁਸੀਂ ਪਹਿਲਾਂ ਉੱਥੋਂ ਹੀ ਬੋਰੋ ਕਰਦੇ ਰਹੇ ਹੋ। ਕਮਿਊਨਿਸਟ ਉਹੀ ਤੇ ਹੈ, ਯੂਰੋਪੀਅਨ ਤੇ ਹੈ, ਕਮਿਊਨਿਸਟ ਕੱਢਣਾ ਜ਼ਰੂਰੀ ਹੈ। ਸਾਰੇ ਕਮਿਊਨਿਸਟ ਯੂਰੋਪੀਅਨ ਹੈ। ਜੇ ਉਹਨਾਂ ਨੇ ਯੂਰਪ ਦੀ ਸਾਰੀ ਫਿਲਾਸਫੀ ਹੈ। ਦੇਖੋ, ਜੇ ਉਹਨਾਂ ਨੇ ਕਹਿ ਦਿੱਤਾ ਕਿ ਰਾਸ਼ਟਰਵਾਦੀ ਲਹਿਰ ਯੂਰਪ 'ਚ ਹੁਣ ਰਿਵਾਈਵ ਹੋਈ ਆ ਜਾਂ ਕਰ ਰਿਹਾ, ਚਿੰਤਾ ਨਾ ਕਰੋ, ABVP ਆਰਐਸਐਸ ਬੀਜੇਪੀ ਯੂਰਪ ਤੋਂ ਨਹੀਂ ਸਿੱਖ ਰਹੀ ਰਾਸ਼ਟਰਵਾਦ ਹੋਣਾ। ਘੱਟੋ ਘੱਟ ਇਹ ਮੂਵਮੈਂਟ ਇੰਡੀਜੀਨਸ ਹੈ ਬੜੀ ਸਾਡੀ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, 70 ਸਾਲ ਬਾਅਦ ਆਜ਼ਾਦੀ ਦੇ ਜੀ ਅਗਰ ਸਾਨੂੰ ਅੱਜ ਦੁਬਾਰਾ ਤੋਂ ਲੋਕਾਂ ਨੂੰ ਇਹ ਇੰਨੇ ਵੱਡੇ ਪ੍ਰਚਾਰ ਰਾਹੀਂ ਦੱਸਣਾ ਪੈ ਰਿਹਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਰਾਸ਼ਟਰਵਾਦੀ ਬਣੋ, ਤੇ ਇਹਦਾ ਮਤਲਬ ਹੈ ਇਹ ਇੱਥੇ ਪੋਜੀਸ਼ਨ ਆਈ ਕਿਉਂ? ਉਹ ਕਹਿੰਦੇ ਨੇ ਕਿਉਂਕਿ 70 ਸਾਲ ਤੁਸੀਂ ਲੋਕਾਂ ਨੂੰ ਇੱਕ ਖਾਸ ਕਿਸਮ ਦੀ ਸੋਚ ਦੱਸਦੇ ਰਹੇ ਹੋ, ਤਾਂ ਕਰਕੇ ਲਿਆ ਨਹੀਂ। ਇਹ ਤਾਂ ਉਹੀ ਕਹਿ ਰਹੇ ਆ ਨਾ, ਪਰ ਕੀ ਇਹ ਸੱਚਮੁੱਚ ਸੱਚ ਹੈ ਕਿ ਇਸ ਤਰ੍ਹਾਂ ਜਿਵੇਂ ਥੋੜੀ ਦੇਰ ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਕਿ ਜਦੋਂ ਦੇਸ਼ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਹਿੰਦੂ ਰਾਸ਼ਟਰਵਾਦ, ਸਿੱਖ ਰਾਸ਼ਟਰਵਾਦ, ਮੁਸਲਿਮ ਰਾਸ਼ਟਰਵਾਦ, ਈਸਾਈ ਅਗਰ ਇਹ ਰਾਸ਼ਟਰਵਾਦ ਹੈ ਤੇ ਫਿਰ ਦੇਸ਼ ਦਾ ਰਾਸ਼ਟਰਵਾਦ ਕਿੱਥੇ ਹੈ? ਹਿੰਦੁਸਤਾਨੀ ਦਾ ਰਾਸ਼ਟਰ ਇੱਕ ਭਾਰਤੀ ਬੰਦੇ ਦਾ ਰਾਸ਼ਟਰਵਾਦ ਕਿੱਥੇ ਆ? ਲੱਗ ਗਿਆ ਨਾ ਕੁਐਸਚਨ ਮਾਰਕ, ਤੇ ਉਦੋਂ ਹੀ ਲੱਗ ਗਿਆ ਜਦੋਂ ਰਾਸ਼ਟਰਵਾਦ ਦੇ ਨਾਲ ਇੱਕ ਗੱਲ ਜੁੜ ਗਈ। ਅਰਜੁਨ, ਐਜ਼ ਇੰਡੀਪੈਂਡੈਂਟ ਐਜ਼ ਯੂ ਕੈਨ ਬੀ, ਕਿਉਂਕਿ ਅਸੀਂ ਸਾਰੇ ਆਪਣੇ ਆਪਣੇ ਬਾਇਸਿਸ ਤੇ ਆਪਣੇ ਆਪਣੇ ਆਈਡੀਓਲੋਜੀਜ਼ ਨਾਲ ਲੈ ਕੇ ਆਉਂਦੇ ਹਾਂ, ਕੀ ਕੋਈ ਫਰਕ ਹੈ ਕਿ ਦੇਸ਼ ਦਾ ਇੱਕ ਰਾਸ਼ਟਰਵਾਦ ਹੈ ਤੇ ਇੱਕ ਫਿਰ ਹਿੰਦੂ ਰਾਸ਼ਟਰਵਾਦ ਹੈ? ਰਾਸ਼ਟਰਵਾਦ ਦੀਆਂ ਵੈਰਾਈਟੀਆਂ ਨੇ ਤੇ ਸਾਨੂੰ ਫਿਰ ਉਹ ਨॉन ਵੈਰਾਈਟੀ न्यूट्रल ਰਾਸ਼ਟਰਵਾਦੀ ਕਿਵੇਂ बनना है? डिस्कशन राष्ट्रवाद से शुरू हुई थी और 4 पैनलिस्ट पूरे होते होते हिंदू राष्ट्रवाद तक पहुंच गई। जहां और आपने जर्मनी की बात की, अमेरिका की बात की, हर जगह पे जहां पे राष्ट्रवाद पे बहुत फोकस किया जा रहा है और राष्ट्रवाद इज एजेंडा। हम सब देश को प्रेम करते हैं पर उसकी सरकार को प्रेम करना जरूरी नहीं। पहली बात कोई नहीं कह रहा, ये पहली बात नहीं। लोग कहते हैं कि सरकार की नीतियां, पॉलिसीज, हर चीज को आप बिना क्रिटिसिज्म के आप मान लीजिए, पहली बात। दूसरा, ऐसा दिखाया जा रहा है कि आप एक राष्ट्रवाद को लोगों के सामने बना के एक इशू बनाकर पीछे से किसी खास
मेजॉरिटी को का रिलीजन पुश कर रहे हैं, चाहे वो क्रिश्चियन राइट हो यूएसए में, चाहे जर्मनी में हो या भारत में हो। किसी ने यहाँ पे गोस्वामी जी बात कर रहे थे कि कुछ आइडियाज वेस्टर्न आते हैं, जैसे कम्युनिज्म वेस्ट से कुछ आया है, फासिज्म भी आया है जिससे आरएसएस ने जिससे आरएसएस ने लिया। चलिए एक ही बात है, आपको लगता है वो अलग बात है, देखिए ये साफ बात है कि झंडे को लोगों की आंखों पे पट्टी की तरह इस्तेमाल किया जाता है। आंखों पे पट्टी बांधी जाती है और जो आम बेसिक मुद्दे हैं, ह्यूमन राइट्स के मुद्दे हैं, बेसिक नीड्स के मुद्दे हैं, उनसे परे कर दिया जाता है। Why can't they exist with the tricolor? But I'll come back to you. They must exist. No one is saying you disrespect it. ਤੁਸੀਂ ਉਹ tricolor versus राष्ट्रवाद का नहीं ना। एसपी जी मैं ये कहता हूं tricolor versus देश की तरक्की का नहीं ना। मैं ये नहीं कह रहा हूं, मैं कह रहा हूं झंडे का सब रिस्पेक्ट करे, पर उसके डंडे के साथ ना लोगों को पीटा जाए बस। खालिद साहब ਜਿਹੜੀ ਬਾਈਨਰੀ ਬਣਦੀ ਨਾ ਕਿ ਜੀ ਅਸੀਂ ਨਾ ਆਪਣੇ ਦੁਸ਼ਮਣ ਲੱਭਦੇ ਰਹਿੰਦੇ ਆ ਕਿ ਆਦਮੀ ਖਾਂਦਾ ਕੀ ਹੈ, ਵੋਟ ਕਿਹਦੇ ਲਈ ਪਾਉਂਦਾ, ਕਮਿਊਨਿਸਟ ਤਾਂ ਨਹੀਂ ਹੈਗਾ, ਕਾਰਲ ਮਾਰਕਸ ਦਾ ਪੋਸਟਰ ਤਾਂ ਨਹੀਂ ਲਾਈ ਬੈਠਾ, ਇਹਦਾ ਫੇਸਬੁੱਕ ਸਟੇਟਸ ਕਿਤੇ ਇਨਕਲਾਬ ਜ਼ਿੰਦਾਬਾਦ ਤਾਂ ਨਹੀਂ ਹੈਗਾ, ਬੜਾ ਖਤਰਨਾਕ ਆਦਮੀ ਹੋਏਗਾ, ਕਾਮਰੇਡ ਹੈਗਾ, ਜਾਂ ਮੇਰਾ ਭਾਰਤ ਮਹਾਨ ਹੈ ਕਹਿੰਦਾ ਮੋਦੀ ਸਾਹਿਬ ਦੀ ਫੋਟੋ ਲਾਈ ਹੋਈ ਹੈ, ਪੱਕਾ ਸੰਗੀ ਹੋਏਗਾ। मतलब की आरएसएस ਦਾ ਮੈਂਬਰ ਹੋ ਜਾਣਾ ਕ੍ਰਾਈਮ ਹੋ ਗਿਆ, ਕੀ ਰਾਸ਼ਟਰਵਾਦ ਦੀ ਗੱਲ ਕਰਨਾ ਕ੍ਰਾਈਮ ਹੋ ਗਿਆ, ਕੀ ਸੀਪੀਆਈ ਜਾਂ ਸੀਪੀਐਮ ਦਾ ਸਟੂਡੈਂਟ ਐਕਟਿਵਿਸਟ ਹੋ ਜਾਣਾ ਕ੍ਰਾਈਮ ਹੋ ਗਿਆ, ਕਿਉਂਕਿ ਕੋਈ ਉਸ ਨੂੰ ਕ੍ਰਾਈਮ ਮੰਨ ਰਿਹਾ, ਕੋਈ ਉਸ ਨੂੰ ਕ੍ਰਾਈਮ ਮੰਨ ਰਿਹਾ। ਅਸੀਂ ਬੇਸਿਕਲੀ ਇੱਕ ਦੂਜੇ ਦੇ ਘਰਾਂ ਦੇ ਵਿੱਚੋਂ ਦੁਸ਼ਮਣ ਭਾਲ ਰਹੇ ਹਾਂ ਹੁਣ ਕਿ ਕੋਈ ਨਾ ਕੋਈ ਦੇਸ਼ ਦਾ ਦੁਸ਼ਮਣ ਹੈ। ਤੁਸੀਂ ਦੋ ਚੀਜ਼ਾਂ 'ਚ ਡਿਫਰੈਂਸ਼ੀਏਟ ਕਰੋ, ਇੱਕ ਤਾਂ ਸਟੇਟ ਹੈ, ਇੱਕ ਰਾਸ਼ਟਰ ਹੈ, ਨੇਸ਼ਨ ਹੈ। ਨੇਸ਼ਨ ਸਟੇਟ ਜਿਹੜਾ ਗੱਲ ਕੀਤੀ ਹੈ ਨਾ ਵੈਸਟ ਦੇ ਵਿੱਚੋਂ ਆਇਆ, ਸਟੇਟ ਜਿਹੜਾ ਹੈਗਾ ਇੱਕ ਲੀਗਲ ਤੇ ਪੋਲੀਟੀਕਲ फिनोमेना है, और ਜਿਹੜਾ ਨੇਸ਼ਨ ਹੈ ਉਹ ਇੱਕ ਭਾਵਨਾਤਮਕ ਹੈ। ਔਰ ਜਿਹੜੀ ਇੱਕ ਮਿੰਟ ਭਾਵਨਾ ਜਿਹੜੀ ਹੈਗੀ ਹੈ, ਭਾਵਨਾ ਤੁਹਾਡੇ ਤੇ ਇੰਪੋਜ਼ ਨਹੀਂ ਕੀਤੀ ਜਾ ਸਕਦੀ। ਭਾਵਨਾ ਜਿਹੜੀ ਹੈਗੀ ਹੈ ਤੁਹਾਡੇ ਅੰਦਰੋਂ ਜਨਰੇਟ ਹੁੰਦੀ ਹੈ ਕਿ ਮੇਰਾ ਲਗਾਓ ਹੈ ਦੇਸ਼ ਨਾਲ, ਮੇਰਾ ਪ੍ਰੇਮ ਹੈ ਇਸ ਧਰਤੀ ਦੇ ਨਾਲ। ਇਸ ਕਰਕੇ ਇਹ ਕਹਿਣਾ ਕਿ ਜੀ ਤੂੰ ਅਗਰ ਇਹ ਪਾਰਟਿਕੂਲਰ ਤਰੀਕੇ ਨਾਲ ਇਹ ਕਰੇਗਾ ਤਾਂ ਹੀ ਤੂੰ ਰਾਸ਼ਟਰਵਾਦੀ ਹੈ, ਅਦਰਵਾਈਜ਼ ਨਹੀਂ ਹੈ, ਉਹ ਜਿਹੜਾ ਹੈਗਾ ਉਹ ਰਾਸ਼ਟਰਵਾਦ ਨਹੀਂ ਹੈ, ਬਲਕਿ ਰਾਸ਼ਟਰਵਾਦ ਦੀ ਵਿਰੋਧਤਾ ਹੈ। ਉਹ ਰਾਸ਼ਟਰਵਾਦ ਦਾ ਜਿਹੜਾ ਹੈਗਾ ਐਂਟੀਥੀਸਿਸ ਹੈ ਮੈਂ ਕਹਾਂਗਾ, ਕਿਉਂਕਿ ਤੁਸੀਂ ਰਾਸ਼ਟਰਵਾਦ ਜਿਸ ਵੇਲੇ ਕਹਿੰਦੇ ਤਾਂ ਭਾਵਨਾਤਮਕ ਰੂਪ ਦੇ ਵਿੱਚ ਜੋੜਨਾ। ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕਿਉਂਕਿ ਪਾਰਟਿਕੂਲਰ ਰਿਲੀਜਨ ਨੂੰ ਮੰਨਦੇ ਹੋ ਜਾਂ ਪਾਰਟਿਕੂਲਰ ਕਲਚਰ ਨੂੰ ਮੰਨਦੇ ਹੋ ਇਸੇ ਕਰਕੇ ਰਾਸ਼ਟਰਵਾਦੀ ਹੋ ਸਕਦੇ ਆ। ਉਹ ਚੀਜ਼ ਜਿਹੜੀ ਹੈਗੀ ਹੈ ਜਿਹੜੀ ਇਹ ਬਹਿਸ ਹੈ ਨਾ ਰਾਸ਼ਟਰਵਾਦ ਦੀ, ਇਹ ਮੇਰੇ ਘਰ ਦੇ ਅੰਦਰ ਆ ਜਾਂਦੀ ਹੈ। ਲੋਕ ਕਹਿੰਦੇ ਨੇ ਅੱਛਾ ਜੀ ਦੇਖੋ ਖੁਦ ਹਿੰਦੂ ਹੈ, ਸ਼ਾਦੀ ਮੁਸਲਿਮ ਲੜਕੀ ਨਾਲ ਕੀਤੀ ਹੈ, ਐਂਟੀ ਨੈਸ਼ਨਲ ਹੋਣਾ। खुद मुसलमान है, शादी हिंदू लड़की नाल की है, लव जिहादी होना। कह रहा शादी करनी नहीं, समाज तोड़ेगा, या कह रहा कास्ट नूं गोली मारो, खा पंचायत की गल ना सुनो, मैं तो इसे नाल ही शादी करांगा, तो समाज का दुश्मन होएगा। जिहड़ी राष्ट्रवाद की जिहड़ी बहस है ना सारी, ये साडे घरां तक, साडी रसोई तक, साडे बैडरूम तक जिहड़ियां वंडियां पा रही है, उहदे करके प्रॉब्लम है। इस करके मैनूं ब्रेक तो दोबारा आना पै रहा है वापस ये लैके कि जिहड़ी तुहाडी भगवे झंडे वर्सस लाल झंडे वाली राष्ट्रवाद की बहस है कि ਉਹਦੇ ਵਿੱਚ ਇਹਨਾਂ ਝੰਡਿਆਂ ਤੋਂ ਸੁਰਖਰੂ ਹੋਏ ਕਿਸੇ ਵਿਅਕਤੀ ਦੇ ਆਪਣੇ ਰਾਸ਼ਟਰਵਾਦ ਦੀ ਵੀ ਕੋਈ ਜਗ੍ਹਾ ਹੈ ਜਾਂ ਨਹੀਂ। ਪਰ ਇਸ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਰਾਸ਼ਟਰਵਾਦ ਦੇ ਉੱਤੇ। ਸਾਡੇ ਦੇਸ਼ ਦੇ ਨਾਲ ਇਹ ਕੀ ਕਰ ਰਿਹਾ, ਸਾਡੀ ਰਾਜਨੀਤੀ ਦੇ ਨਾਲ, ਸਾਡੇ ਪਰਿਵਾਰਾਂ ਦੇ ਨਾਲ, ਸਾਡੀ ਸੋਚ ਦੇ ਨਾਲ, ਸਾਡੇ ਦਿਮਾਗ ਦੇ ਨਾਲ ਇਹ ਕੀ ਕਰ ਰਿਹਾ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ सुखदेव सिंह सिरसा जी, मन्ने परमन्ने मैन ऑफ लेटर्स, हेमंत गोस्वामी जी सोशल एक्टिविस्ट, सुजीत जज जी पोइट ने, अर्जुन शेरान जी वकील ने, प्रोफेसर मोहम्मद खालिद पोलिटिकल साइंटिस्ट ने। सुखदेव सिंह सिरसा जी, जिस वे राष्ट्रवाद की गल होंदी ना तो एक रैफरेंस या फ्रेमवर्क जिहदे विच इस गल नूं बड़ा देखा जाता, वो कश्मीर तो स्टार्ट हो जाता है। तो जे तुसीं कश्मीर दे विच जाके सवाल पुछो या ये पुछो कि की कश्मीर आज़ाद है, तो इन्ना खतरा हो जाता कि तुहाडी जान ते भी खतरा आ सकता है। अजे कि खतरा उस वे घट जाता जो पुछो कि देश की किसान आज़ाद है, की मजदूर आज़ाद है। पर ਜਿਹੜੇ ਬੰਦੇ ਗੱਲ ਕਰਦੇ ਨੇ ਉਹ ਫਿਰ ਇਸ ਰਿਐਲਿਟੀ ਤੋਂ ਮੁਨਕਰ ਹੋ ਜਾਂਦੇ ਨੇ ਕਿ ਸਾਡੇ ਕੋਲ ਇੱਕ ਪਾਕਿਸਤਾਨ ਵਰਗਾ ਦੇਸ਼ ਹੈ ਜਿਹੜਾ ਕਿ ਇੱਕ ਸਮੱਸਿਆ ਹੈ। ਕਸ਼ਮੀਰ ਦੇ ਵਿੱਚ ਕੁਝ ਅਜਿਹੀਆਂ ਸ਼ਕਤੀਆਂ ਨੇ ਜਿਹੜੀਆਂ ਕਿ ਦੇਸ਼ ਨੂੰ ਡਾਇਰੈਕਟਲੀ ਚੈਲੰਜ ਕਰਦੀਆਂ ਨੇ, ਸਟੇਟ ਨੂੰ ਚੈਲੰਜ ਕਰਦੀਆਂ ਨੇ, ਨੈਸ਼ਨਲਿਜ਼ਮ ਦੀ ਨੋਸ਼ਨ ਨੂੰ ਚੈਲੰਜ ਕਰਦੀਆਂ ਨੇ। ਜੇ ਤੁਸੀਂ ਇੱਕ ਵੱਲੋਂ ਅੱਖਾਂ ਮੀਚ ਕੇ ਤੇ ਇਹ ਸਵਾਲ ਕਰੋਗੇ ਕਿ ਕੀ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦੀ ਡਿਮਾਂਡ ਠੀਕ ਹੈ ਜਾਂ ਨਹੀਂ, ਤਾਂ ਉਸ ਵੇਲੇ ਰਾਸ਼ਟਰਵਾਦੀਆਂ ਨੂੰ ਜਿਹੜੀ ਤੁਹਾਡੇ ਤੋਂ ਪ੍ਰੋਬਲਮ ਹੋਏਗੀ ਉਹ ਇੱਕ ਜੈਨੂਇਨ ਪ੍ਰੋਬਲਮ ਹੈ ਤੇ ਉਹ ਸਮਝ ਵਿੱਚ ਆਉਂਦੀ ਹੈ। ਤੁਹਾਨੂੰ ਉਹਨਾਂ ਦੀ ਪ੍ਰੋਬਲਮ ਕਿਉਂ ਨਹੀਂ ਸਮਝ ਵਿੱਚ ਆਉਂਦੀ? ਦੇਖੋ, ਜਿੱਥੋਂ ਤੱਕ ਮੈਂ ਦੋ ਗੱਲਾਂ ਨੂੰ ਇਕੱਠੀਆਂ ਜੋੜ ਕੇ ਕਰਨਾ ਚਾਹੁੰਦਾ, ਜਿਸ ਤਰ੍ਹਾਂ ਹੇਮੰਤ ਜੀ ਨੇ ਇੱਕ ਇਸ਼ਾਰਾ ਕੀਤਾ, ਮੈਨੂੰ ਲੱਗਦਾ ਕਿ ਹੇਮੰਤ ਜੀ ਸਾਡੇ ਬਹੁਤ ਨੇੜਲੇ ਇਤਿਹਾਸ ਵਿੱਚੋਂ ਵੀ ਇਹਨਾਂ ਨੇ ਕੁਝ ਨਹੀਂ ਸਿੱਖਿਆ। ਜਦੋਂ ਇਹ ਕਹਿ ਰਹੇ ਨੇ ਕਿ ਕਮਿਊਨਿਸਟ ਤੇ ਫਾਸਿਸਟ ਇੱਕ ਤਰ੍ਹਾਂ ਦੇ ਲੋਕ ਹੀ ਨੇ,
ਅਸਲ 'ਚ ਜੇ ਤੁਸੀਂ ਇਤਿਹਾਸ ਤੇ ਨਜ਼ਰ ਮਾਰ ਗਏ ਤਾਂ ਫਾਸ਼ੀਵਾਦ ਦੇ ਵਿਰੋਧ ਵਿੱਚ ਜੇ ਸੰਸਾਰ 'ਚ ਕਿਸੇ ਨੇ ਨਿੱਠ ਕੇ ਵਿਰੋਧ ਕੀਤਾ ਆ ਤਾਂ ਉਹ ਕਮਿਊਨਿਸਟਾਂ ਨੇ ਕੀਤਾ ਆ, ਔਰ ਸਾਨੂੰ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਗੁਰੇਜ਼ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਮੈਂ ਹਿੰਦੁਸਤਾਨ ਦੇ ਪ੍ਰਸੰਗ 'ਚ ਕਰਾਂ ਕਿ ਇਹ ਠੀਕ ਆ ਕਿ ਭਗਵੇਂ ਦਾ ਰਾਸ਼ਟਰਵਾਦ ਤੇ ਕਮਿਊਨਿਸਟਾਂ ਦਾ ਰਾਸ਼ਟਰਵਾਦ ਇੱਕ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ। ਇਹ ਦੋ ਬਿਲਕੁਲ ਵੱਖਰੀਆਂ ਪਰਿਭਾਸ਼ਾ। ਮੇਰਾ ਰਾਸ਼ਟਰਵਾਦ ਕਿਹੜਾ ਹੋਣਾ ਚਾਹੀਦਾ? ਭਗਵਿਆਂ ਦਾ ਰਾਸ਼ਟਰਵਾਦ ਮੈਂ ਤੇ ਦੇਸ਼ ਪ੍ਰੇਮੀ ਵਾਲਾ ਰਾਸ਼ਟਰਵਾਦ ਆਪਣਾ ਰੱਖਣਾ ਚਾਹਨਾ ਤੇ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹਨਾ। ਉਹ ਕਿਹੜਾ ਹੈਗਾ, ਉਹਦੀ ਵੈਰਾਈਟੀ ਦਾ ਨਾਮ ਦੱਸੋ, ਮੈਂ ਉਹ ਅਪਣਾਉਣਾ ਚਾਹਨਾ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੋ ਭਗਵਿਆਂ ਦਾ ਰਾਸ਼ਟਰਵਾਦ ਆ ਇਹ ਹਰ ਇੱਕ ਦੀ ਜ਼ੁਬਾਨ ਬੰਦ ਕਰਕੇ ਸਾਨੂੰ ਸਾਡੇ ਹਿੰਦੁਸਤਾਨ ਦੀ ਸਾਰੀ, ਮਤਲਬ ਜੇ ਮੇਰਾ ਬੱਚਾ ਆਰਐਸਐਸ ਦੀ ਸ਼ਾਖਾ 'ਚ ਬਿਲਕੁਲ ਨਾ ਜਾਵੇ ਤੇ ਕਨਈਆ ਕੁਮਾਰ ਦੇ ਘਰ ਲੈਕਚਰ ਕੈਸੇਟ ਲਾ ਕੇ ਸੁਣਿਆ ਕਰੇ ਤੇ ਫਿਰ ਉਹ ਸਹੀ ਰਾਸ਼ਟਰਵਾਦੀ ਹੋ ਜਾਏਗਾ। ਬਿਲਕੁਲ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਲਾਲ ਰਾਸ਼ਟਰਵਾਦੀਆਂ ਨੇ ਤੇ ਭਗਵੇਂ ਰਾਸ਼ਟਰਵਾਦੀਆਂ ਨੇ ਰੰਗ ਤਾਂ ਦੋਨਾਂ ਨੇ ਚੜਾਏ ਹੋਏ ਨੇ ਨਾ। ਫਿਰ ਤੁਸੀਂ ਇਹ ਤਾਂ ਮੰਨ ਰਹੇ ਹੋ ਨਾ ਕਿ ਤੁਹਾਡਾ ਵੀ ਇੱਕ ਰਾਸ਼ਟਰਵਾਦੀ ਇੱਕ ਰੰਗ ਵਿੱਚ ਰੰਗਿਆ ਹੋਇਆ। ਦੋਹਾਂ ਨੇ ਇਹ ਮੁਲਕ ਤਾਂ ਸਾਰਿਆਂ ਦਾ ਨਾ, ਇਕੱਲੇ ਲਾਲ ਦਾ ਨਹੀਂ ਹੈ। ਆਪਣੀ ਪਰਿਭਾਸ਼ਾ ਆ, ਪਰ ਇੱਕ ਪਾਸੇ ਭਗਵਿਆਂ ਦੀ ਪਰਿਭਾਸ਼ਾ ਆ ਕਿ ਜਿਹੜੀ ਗੌਰੀ ਲੰਕੇਸ਼ ਦਾ ਕਤਲ ਕਰਾਉਂਦੀ ਆ, ਜਿਹੜੀ ਪੰਸਾਰੇ ਦਾ ਕਤਲ ਕਰਾਉਂਦੀ ਆ, ਦਬੋਲਕਰ ਦਾ ਕਤਲ ਕਰਾਉਂਦੀ ਆ, ਘੱਟੋ ਘੱਟ ਕਮਿਊਨਿਸਟਾਂ ਕੁਝ ਫਿਰ ਲੋਕ ਕੁਝ ਕਹਿ ਰਹੇ ਹੋਣਗੇ ਪਰ ਕੋਈ ਉਹਨਾਂ ਦੇ ਕਤਲਾਂ ਨੂੰ ਕੋਈ ਡਿਫੈਂਡ ਨਹੀਂ ਕਰਦਾ। ਨਹੀਂ, ਡਿਫੈਂਡ ਕਿਉਂ ਨਹੀਂ ਕਰਦਾ? ਜਦੋਂ ਸਾਡਾ ਪ੍ਰਧਾਨ ਮੰਤਰੀ ਤੱਕ ਖਾਮੋਸ਼ ਰਹੇ ਇਹਨਾਂ ਮਸਲਿਆਂ ਤੇ, ਜਾਂ ਜਦੋਂ ਲੋਕ ਸੋਸ਼ਲ ਮੀਡੀਆ ਦੇ ਉੱਤੇ ਗੌਰੀ ਲੰਕੇਸ਼ ਵਰਗੀ ਇੱਕ ਜਰਨਲਿਸਟ ਨੂੰ ਕੁੱਤਿਆ ਕਹਿਣ। I'll come back to that. That's a sad thing that some foolish guy ਜਿਹੜਾ ਇਹ ਗੱਲ ਕਹਿ ਰਿਹਾ ਤੇ ਪਰ ਦੂਸਰਾ ਸਵਾਲ ਆ ਕਿ ਸਵਾਲ ਫਿਕਰ ਰਾਸ਼ਟਰ ਦਾ ਆ ਕਿ ਫਿਕਰ ਪਰੰਪਰਾਵਾਂ ਦਾ ਆ। ਇੱਥੇ ਫਿਕਰ ਪਰੰਪਰਾਵਾਂ ਦਾ ਹੋ ਰਿਹਾ ਆ। ਮੇਰੇ ਸਵਾਲ ਤੋਂ ਬਿਨਾਂ, ਕਿਉਂਕਿ ਮੈਂ ਤਾਂ ਤੁਹਾਨੂੰ ਇਹ ਪੁੱਛਣ ਜਾ ਰਿਹਾ ਸੀ ਜਿਹੜੀ ਗੱਲ ਪਹਿਲਾਂ ਅਰਜੁਨ ਸ਼ਰਾਨ ਨੇ ਕੀਤੀ ਸੀ ਕਿ ਬਹੁਤ ਸਾਰੇ ਜਿਹੜੇ ਸਵਾਲ ਨੇ, ਜੇ ਉਹ ਕਿਸਾਨ ਦੀ ਗੱਲ ਕਰੋ, ਤੁਸੀਂ ਮਜ਼ਦੂਰ ਦੀ ਗੱਲ ਕਰੋ, ਭੁੱਖਮਰੀ ਦੀ ਗੱਲ ਕਰੋ, ਤੇ ਉਹਨਾਂ 'ਚ ਸ਼ਾਇਦ ਉਸ ਕਿਸਮ ਦੀ ਨਫ਼ਰਤ ਅਜੇ ਨਹੀਂ ਉਪਜਦੀ ਉਹਨਾਂ ਸਵਾਲਾਂ ਦੇ ਨਾਲ ਜਿਹੜੀ ਕਸ਼ਮੀਰ ਦੀ ਗੱਲ ਨਾਲ ਉਪਜਦੀ ਹੈ। ਪਰ ਕਈ ਵਾਰੀ ਜੇ ਸਰਕਾਰ ਵੱਲ ਨੂੰ ਮੂੰਹ ਕਰਕੇ ਜੇ ਸਵਾਲ ਪੁੱਛੋ ਤੇ ਉਹ ਵੀ ਸਾਨੂੰ ਸੁਣਾਇਆ ਜਾਂਦਾ ਕਿ ਐਂਟੀ ਨੈਸ਼ਨਲ ਹੋ ਗਿਆ ਹੈ। ਐਂਟੀ ਨੈਸ਼ਨਲ ਲੋਕ ਜਿਹੜੇ ਡੀਮੋਨੇਟਾਈਜੇਸ਼ਨ ਨੂੰ ਜਿਹੜਾ ਰਾਸ਼ਟਰਵਾਦ ਹੈ ਨਾ, ਮੈਜੋਰਿਟੇਰੀਅਨ ਰਾਸ਼ਟਰਵਾਦ ਨਹੀਂ ਹੁੰਦਾ। ਹਾਂ, ਰਾਸ਼ਟਰਵਾਦ ਜਿਹੜਾ ਹੈਗਾ ਉਹ ਕੰਸੈਂਸਸ। ਮੈਂ ਜਿਸ ਗੱਲ ਤੇ ਆਉਣਾ ਚਾਹੁੰਦਾ ਸੀ, ਜਦੋਂ ਇੱਕ ਧਿਰ ਬਿਲਕੁਲ ਹੈਜਮੋਨਿਕ ਪੋਜੀਸ਼ਨ ਲੈਂਦੀ ਆ ਤੇ ਦੂਜੀਆਂ ਧਿਰਾਂ ਨੂੰ ਉਹਦੀ ਗੱਲ ਕਹਿਣ ਤੋਂ ਵੀ ਰੋਕਦੀ ਹੈ। ਇਸ ਵੇਲੇ ਹਿੰਦੁਸਤਾਨ 'ਚ ਸਭ ਤੋਂ ਵੱਡਾ ਮਸਲਾ ਕੀ ਅਸਲ ਵਿੱਚ ਰਾਸ਼ਟਰਵਾਦੀ ਸਾਰੀ ਬਹਿਸ ਇਸ ਕਰਕੇ ਉਭਰੀ ਹੋਈ ਹੈ ਕਿਉਂਕਿ ਤੁਸੀਂ ਬਰੂਟਲ ਮੈਜੋਰਿਟੀ ਵਾਲੀਆਂ ਸਰਕਾਰਾਂ ਨੂੰ ਜਿਹੜੀਆਂ ਇਸ ਗੱਲ ਤੇ ਆਮਦਾ ਹੋ ਜਾਣ ਕਿ ਅਸੀਂ ਆਪਣੀ ਹੀ ਗੱਲ ਸੁਣਾਣੀ ਹੈ, ਉਹਨਾਂ ਨੂੰ ਜੇ ਸਵਾਲ ਪੁੱਛੋਗੇ ਤਾਂ ਤੁਹਾਡਾ ਜਿਹੜਾ ਨਾਮ ਹੈ ਉਹ ਐਂਟੀ ਨੈਸ਼ਨਲ ਦੀ ਲਿਸਟ ਵਿੱਚ ਅਪੀਅਰ ਹੋ ਜਾਂਦਾ। ਅੱਜ ਜੋ ਵੀ ਬੰਦਾ ਬੋਲਦਾ, ਜਿਸ ਵੀ ਬੰਦੇ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਉਹਨਾਂ ਦੀ ਆਵਾਜ਼ ਨੂੰ ਮੌਕਾ ਦਿਓ। ਪਾਕਿਸਤਾਨ ਜਾਣ ਲਈ ਸਰ ਤੁਸੀਂ 4 ਬੰਦੇ ਉਹਨਾਂ ਦੇ ਸਟੈਂਡ ਦੇ ਅਗੇਂਸਟ ਸਟੈਂਡ ਲੈ ਰਹੇ ਹੋ, ਉਹਨਾਂ ਨੂੰ ਪੂਰਾ ਮੌਕਾ ਦਿਓ ਨਾ ਫਿਰ। ਜੀ, ਜਿਹੜਾ ਜਿਸ ਤਰ੍ਹਾਂ ਤੁਸੀਂ ਲੋਡਡ ਵਰਡ ਯੂਜ਼ ਕਰ ਰਹੇ ਹੋ, ਬਰੂਟਲ ਮੈਜੋਰਿਟੀ, ਇਹ ਜਿਹੜੀ ਪ੍ਰਿਜ਼ੰਪਸ਼ਨ ਹੈ ਬਰੂਟਲ ਮੈਜੋਰਿਟੀ, ਇਹ ਡੈਮੋਕ੍ਰੈਟਿਕ ਮੈਜੋਰਿਟੀ ਹੈ। ਡੈਮੋਕ੍ਰੈਟਿਕ ਮੈਜੋਰਿਟੀ ਮੈਂ ਉਸ ਤੇ ਆ ਰਿਹਾ। ਬਰੂਟਲ ਮੈਜੋਰਿਟੀ ਤੁਸੀਂ ਕਹਿ ਰਹੇ ਹੋ ਤਾਂ ਉਸ 1947 ਤੇ ਆ ਜਾਓ, ਉਸ ਤੋਂ ਪਹਿਲੇ ਆ ਜਾਓ। ਕੀ ਕੀਤਾ ਅਸੀਂ? ਰਿਲੀਜਨ ਦੇ ਨਾਂ ਤੇ ਦੇਸ਼ ਨੂੰ ਡਿਵਾਈਡ ਕੀਤਾ। देयर इज नो डाउट देयर वाज अ मुस्लिम स्टेट एंड देयर वाज अ हिंदू स्टेट। दैट इज जेनेसिस। देयर वाज अ मुस्लिम स्टेट एंड अ सेक्युलर स्टेट ਜਿਹੜੀ ਅਸੀਂ ਸਮਝਿਆ। ਮੈਂ ਸੈਕੂਲਰ ਤੇ ਆ ਰਿਹਾ, ਉਹਨਾਂ ਨੇ ਠੀਕ ਸਮਝਾਇਆ। ਮੈਂ ਸੈਕੂਲਰ ਤੇ ਆ ਰਿਹਾ, ਮੈਂ ਸੈਕੂਲਰ ਤੇ ਆ ਰਿਹਾ, ਪਰ ਜਿਹੜਾ ਪ੍ਰਿਜ਼ੰਪਸ਼ਨ ਜਿਸ ਤੇ ਡਰਾ, ਜਿਹੜੇ ਜਿਸ ਤੇ ਦੋ ਨੇਸ਼ਨ ਡਿਵਾਈਡ ਹੋਏ ਨੇ, ਇੱਕ ਮੁਸਲਿਮ ਸਟੇਟ ਸੀ ਤੇ ਇੱਕ ਹਿੰਦੂ ਸਟੇਟ ਸੀ। ਇਹ ਪ੍ਰਿਜ਼ੰਪਸ਼ਨ that is incorrect। that is ਉਸ ਵੇਲੇ ਚੈਲੰਜ ਕਰਨਗੇ ਕੋਈ ਗੱਲ ਨਹੀਂ ਪੈਕਟ ਤੋਂ ਲੈ ਕੇ। I think this is also an opinion, enough documents on that। ਇਤਿਹਾਸ ਦੇ ਖੂਹ ਵਿੱਚ ਆਪਾਂ ਛਾਲ ਮਾਰ ਕੇ ਡਿਬੇਟ ਦੀ ਖੁਦਕੁਸ਼ੀ ਨਾ ਕਰੀਏ। ਠੀਕ ਹੈ, otherwise it was they can have a different view, but what I understand is this nation has been divided on the basis of religion। ठीक है, religion। अब ਹੁਣ polarization ਕਿਸੇ ਕਿਹੜੀ ਵੀ ਕੋਈ ਵੀ ਜਨਤਾ ਹੋਏ, ਕੋਈ ਵੀ ਜਿਹਨੂੰ ਤੁਸੀਂ ਨੇਸ਼ਨ ਕੋ, ਸਟੇਟ ਕੋ, ਜੋ ਮਰਜ਼ੀ ਕੋ, ਉਹਨੂੰ ਇਕੱਠਾ ਹੋਣ ਲਈ ਪੋਲਰਾਈਜੇਸ਼ਨ ਦੀ ਲੋੜ ਹੁੰਦੀ ਹੈ। ਮੈਂ ਕੰਟੈਂਪੋਰਰੀ ਰੈਫਰੈਂਸ ਤੋਂ ਜੇ ਤੁਹਾਨੂੰ ਸਵਾਲ ਪੁੱਛਣਾ ਹੈ ਥੋੜਾ ਸੌਖਿਆਂ ਕਰ ਦੇਗਾ। ਸਰ ਮੈਨੂੰ ਬੈਕਗ੍ਰਾਉਂਡ ਖਤਮ ਕਰਨ ਦਿਓ। ਬਿਸਮਾਰਕ ਤੋਂ ਪਹਿਲੇ ਪੂਰੀ ਦੁਨੀਆ ਵਿੱਚ ਜਿਹੜੀ ਪੋਲਰਾਈਜੇਸ਼ਨ ਸੀ ਉਹ ਰਿਲੀਜੀਅਸ ਪੋਲਰਾਈਜੇਸ਼ਨ, ਚਾਹੇ ਇਸਲਾਮ ਦੀ ਪੋਲਰਾਈਜੇਸ਼ਨ ਹੋਏ, ਚਾਹੇ ਕ੍ਰਿਸਚੀਅਨਿਟੀ। ਮੇਰਾ ਆਡੀਅנס ਸਮਝਦਾ ਆਪਾਂ ਯੂਰਪ ਤੋਂ ਆ ਜਾਈਏ, ਜੇ ਮੈਂ ਹਿੰਦੁਸਤਾਨ ਦੇ ਫਰੇਮਵਰਕ ਤੋਂ ਤੁਹਾਨੂੰ ਸਵਾਲ ਪੁੱਛਣਾ, ਪੋਲਰਾਈਜੇਸ਼ਨ ਜਿਹੜੀ ਹੈ ਜਾਂ ਰਿਲੀਜਨ ਦੀ ਹੁੰਦੀ ਹੈ ਜਾਂ ਸੈਕੂਲਰ ਹੁੰਦੀ ਹੈ। ਜਿਹੜਾ ਹਿੰਦੁਸਤਾਨ ਦਾ ਜਿਹੜਾ ਮੇਕਅਪ ਹੈ ਉਹ ਸੈਕੂਲਰ ਹੈ। ਅਹਿਮਦ ਜੀ, ਕੀ ਪੋਲਰਾਈਜੇਸ਼ਨ ਹੈ ਕਿ ਕਾਮਰੇਡਾਂ ਨੇ ਨਾ 1947 ਦੇ ਵਿੱਚ ਦੇਸ਼ ਦੀ ਆਜ਼ਾਦੀ ਨੂੰ ਵੀ ਆਜ਼ਾਦੀ ਨਹੀਂ ਸੀ ਮੰਨਿਆ, ਇਹ ਤੇ ਐਂਟੀ ਨੈਸ਼ਨਲ ਨੇ।
ਇੱਕ ਹੈਗਾ ਕਿ ਆਰਐਸਐਸ ਨੇ ਤਾਂ ਫਰੀडम ਸਟਰਗਲ ਦੇ ਵਿੱਚ ਹਿੱਸਾ ਹੀ ਨਹੀਂ ਸੀ ਪਾਇਆ ਜੀ, ਇਹ ਤੇ ਕਾਹਦਾ ਨੈਸ਼ਨਲਿਜ਼ਮ ਆਪਣੇ ਆਪ ਨੂੰ ਕਲੇਮ ਕਰਦੇ ਨੇ। ਇਹ ਦੋਨੋਂ ਹੀ ਪੋਜੀਸ਼ਨਸ ਬੜੀਆਂ ਪ੍ਰੋਬਲਮੈਟਿਕ ਹੈ। ਨਹੀਂ ਕੀਤਾ ਹੋਏਗਾ ਆਰਐਸਐਸ ਨੇ ਉਸ ਵੇਲੇ ਤਾਂ ਕੀ ਜਿਹੜੇ ਅੱਜ ਲੋਕ ਨੇ ਮੈਂ ਉਹਨਾਂ ਨੂੰ ਰਾਸ਼ਟਰਵਾਦੀ ਨਾ ਮੰਨਾਂ, ਨਹੀਂ ਕਾਮਰੇਡਾਂ ਨੇ ਉਸ ਵੇਲੇ ਮੰਨਿਆ ਹੋਏਗਾ ਦੇਸ਼ ਦੀ ਆਜ਼ਾਦੀ ਨੂੰ, ਤਾਂ ਕੀ ਮੈਂ ਉਹਨਾਂ ਨੂੰ ਦੇਸ਼ ਦੀ ਆਜ਼ਾਦ ਡਿਸਕੋਰਸ ਦਾ ਹਿੱਸਾ ਨਾ ਮੰਨਾਂ? ਇਹ ਜਿਹੜੀਆਂ ਪੋਲਰਾਈਜੇਸ਼ਨ ਦੀ ਪ੍ਰੋਬਲਮ ਹੈ 1947 ਜਾਂ ਉਹਦੇ ਬਾਰੇ ਜਿਹੜਾ ਤੁਸੀਂ ਕਹੋ ਕਿ ਫਲਾਂ ਬੰਦੇ ਨੇ ਕਿਹਾ ਫਲਾਂ ਨੇ ਨਹੀਂ ਕਿਹਾ, ਵੀ ਸ਼ੁੱਡ ਫਰਸਟ ਚੈੱਕ ਆਰ ਫੈਕਟਸ ਇਨਸਟੈਡ ਆਫ ਫੇਸਬੁੱਕ ਤੇ WhatsApp ਦਾ ਸਟੇਟਸ ਨਾਲ ਉਹਨੂੰ ਛੱਡ ਕੇ ਜੇ ਅਸੀਂ ਡਾਕੂਮੈਂਟ ਦੇਖੀਏ ਮੇਨ ਜਿਹੜੇ ਸਾਡੇ ਕੋਲ ਦਸਤਾਵੇਜ਼ ਉਹਦੇ ਤੇ ਗੱਲ ਨਹੀਂ ਕਰਦੇ। ਡਾਕੂਮੈਂਟ ਸਰ ਮੈਂ ਬਨਾਰਸ ਯੂਨੀਵਰਸਿਟੀ ਦੇ ਵਿਹੜੇ ਵਿੱਚ ਮੇਨ ਡਾਕੂਮੈਂਟਸ ਦੇ ਵਿੱਚ ਜਾਵਾਂ, ਜੇ ਕੁੜੀਆਂ ਕਹਿਣ ਕਿ ਕੁੜੀਆਂ ਦੇ ਹੋਸਟਲ ਵਿੱਚ ਖਾਣਾ ਅੱਛਾ ਨਹੀਂ ਮਿਲਦਾ, ਮੈਨੂੰ ਲੈਟ ਮੀ ਮੂਵ ਔਨ ਟੂ ਦ ਨੈਕਸਟ ਪੈਨਲਿਸਟ ਸੁਰਜੀਤ ਜਾਜੀ, ਜੇ ਕੁੜੀਆਂ ਕਹਿ ਰਹੀਆਂ ਕਿ ਹੋਸਟਲ 'ਚ ਖਾਣਾ ਅੱਛਾ ਨਹੀਂ ਮਿਲਦਾ, ਬਾਹਰ ਲੁੱਚੇ ਲਫੰਗੇ ਤੰਗ ਕਰ ਰਹੇ ਨੇ, ਲਾਈਟਾਂ ਨਹੀਂ ਆ, CCTV ਨਹੀਂ ਆ, ਵਾਈਸ ਚਾਂਸਲਰ ਸਭ ਕੁਝ ਕਰੋ ਤੇ ਕੁੜੀਆਂ ਦੇ ਉੱਤੇ ਲਾਠੀ ਚਾਰਜ ਹੋਵੇ, ਤੇ ਉਹ ਸਾਰਾ ਨੈਸ਼ਨਲਿਜ਼ਮ ਦਾ ਡਿਬੇਟ ਬਣ ਜਾਂਦਾ। ਝੜਦੇ ਨੇ ਕਿ ਇਹ ਚਾਹੁੰਦੇ ਆ ਕੀ ਨੇ, ਪਰੰਪਰਾਵਾਂ ਦੇ ਉੱਤੇ ਪ੍ਰਹਾਰ ਹੋ ਜਾਂਦਾ ਜਿਹਦੀ ਗੱਲ ਕਿਉਂਕਿ ਜੋ ਉਸਨੇ ਨਰਿੰਦਰ ਮੋਦੀ ਨੇ ਉੱਥੇ ਵਿਜ਼ਿਟ ਕਰਨਾ था ਇਸ ਕਰਕੇ ਕੀਤਾ ਗਿਆ। ਇਹੀ ਤੇ ਪ੍ਰੋਬਲਮ ਦੈਟ ਆਈ ਥਿੰਕ ਕੁਡ ਬੀ ਅ ਚੀਫ ਸ਼ਾਟ ਆਲਸੋ ਜੀ। ਇਹੀ ਸਮੱਸਿਆ ਹੈ। ਹਰ ਉਹ ਗੱਲ ਜਿਹੜੀ ਲੋਕ ਹਿੱਤ ਦੇ ਵਿੱਚ ਜਾਣ ਵਾਲੀ ਆ ਉਹਨੂੰ ਬੱਚਿਆਂ ਦਾ ਜਿਹੜਾ ਹਿੱਤ ਆ ਉਹ ਬਹੁਤ ਗਿਣਤੀ ਬੱਚਿਆਂ ਦਾ ਆ, ਬੱਚੀਆਂ ਦਾ ਆ, ਤੁਸੀਂ ਉਹਨੂੰ ਆਪਣੇ ਅਜੀਬ ਕਿਸਮ ਦੇ ਰਾਸ਼ਟਰਵਾਦੀ ਨਾਅਰੇ 'ਚ ਦਬਾਉਣਾ ਚਾਹੁੰਦੇ ਜੀ। ਔਰ ਮੇਰੇ ਹਿਸਾਬ ਨਾਲ ਇਹ ਜਿਹੜਾ ਰਾਸ਼ਟਰਵਾਦ ਪ੍ਰਚਾਰਿਆ ਜਾ ਰਿਹਾ ਦੇਸ਼ ਪ੍ਰੇਮ ਬਿਲਕੁਲ ਨਹੀਂ ਹੈ ਸਰ। ਮੈਨੂੰ ਇੱਕ ਗੱਲ ਦੱਸੋ, ਔਰ ਅਗਲੀ ਗੱਲ ਹੈ ਕਿ ਇਹ ਉਹ ਰਾਸ਼ਟਰਵਾਦ ਹੈ, ਅੰਗਰੇਜ਼ਾਂ ਵੇਲੇ ਦੋ ਤਰ੍ਹਾਂ ਦਾ ਰਾਸ਼ਟਰਵਾਦ ਸੀ, ਇੱਕ ਸਾਡਾ ਰਾਸ਼ਟਰਵਾਦ ਸੀ ਜਿਹੜਾ ਹਿੰਦੁਸਤਾਨੀ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ, ਇੱਕ ਉਹ ਰਾਸ਼ਟਰਵਾਦ ਸੀ ਜਿਹੜਾ ਅੰਗਰੇਜ਼ ਪੈਦਾ ਕਰ ਰਹੇ ਸੀ ਦੇਸ਼ ਵਿੱਚ। ਮਤਲਬ ਐਵਰੀ ਐਂਟੀ ਨੈਸ਼ਨਲ ਇਹ ਰਾਜ ਦਾ ਰਾਸ਼ਟਰਵਾਦ ਹੈ, ਐਂਟੀ ਨੈਸ਼ਨਲ ਤੇ ਕ੍ਰਿਮੀਨਲ ਐਕਟੀਵਿਟੀ ਹਰ ਕਿੱਥੇ ਵੀ ਦੇਸ਼ ਵਿੱਚ ਹੋ ਰਹੀ ਹੈ, ਉਹ ਰਾਸ਼ਟਰਵਾਦ ਦਾ ਪ੍ਰਸ਼ਨ ਕਿਸ ਤਰ੍ਹਾਂ ਖੜਾ ਕਰਦਾ? ਮੈਂ ਬਤਾਤਾ ਹੂੰ कैसे होता है। ਹਰ ਚੀਜ਼ ਜਿਹੜਾ ਵੀ ਇਕੱਠੇ ਹੋ ਰਿਹਾ ਤੁਸੀਂ ਕਹਿੰਦੇ ਹੋ ਇਹ ਕ੍ਰਿਮੀਨਲ ਐਕਟੀਵਿਟੀ ਹੋਈ, ਇਹ ਰਾਸ਼ਟਰਵਾਦ ਦੇ ਇਹ ਰਾਸ਼ਟਰਵਾਦੀ ਨੇ, ਇਹ ਸਾਡੇ ਅਗੇਂਸਟ ਕਰ ਰਹੇ ਨੇ, ਇਹ ਕ੍ਰਿਮੀਨਲ ਐਕਟੀਵਿਟੀ ਕਰ ਰਹੇ ਨੇ पूरे देश में क्रिमिनल एक्टिविटी पिछले कई सालों में ਕਤਲ ਕੀਤਾ ਉਹ ਕ੍ਰਿਮੀਨਲ ਐਕਟੀਵਿਟੀ ਕ੍ਰਿਮੀਨਲ ਬੰਦੇ ਨੂੰ ਉਹਨਾਂ ਨੂੰ ਜੇ ਇੱਕ ਸਟੇਟ ਦੇ 2 ਮੰਤਰੀ ਜਾ ਕੇ 51 ਲੱਖ ਰੁਪਈਆ ਭੇਟ ਕਰਨ ਔਰ ਉਥੋਂ ਦੀ ਸਰਕਾਰ ਉਸ ਬੰਦੇ ਨੂੰ ਆਪਣਾ 20 ਦਿਨ ਦਾ ਸਮਾਂ ਦੇਵੇ ਉਸ ਬੰਦੇ ਨੂੰ ਕਿ ਸਭ ਕੁਝ ਸਮੇਟ ਲਓ ਆਪਣੇ ਡੇਰੇ ਦਾ। ਇੱਕ ਸਰਕਾਰ ਜਿਹੜੀ ਲੋਕਾਂ ਸਰ ਹਾਊ ਡਸ ਇਟ ਮੇਕ ਇਟ ਐਂਟੀ ਨੈਸ਼ਨਲ? ਉਹ ਵੀ ਗਲਤ ਗੱਲ ਹੋਈ, ਫਾਈਨੈਂਸ਼ੀਅਲ ਗਵਰਨਮੈਂਟ ਹੋਏਗਾ ਸਾਰਾ ਕੁਝ ਹੋਏਗਾ, ਐਂਟੀ ਨੈਸ਼ਨਲ ਕਿਹੜਾ ਹੋਈ? ਆਰਐਸਐਸ ਦੀ ਗੱਲ ਕਰਦੇ ਹੋ, ਇਟ ਇਜ਼ ਦ ਲਾਰਜੈਸਟ ਐਨਜੀਓ ਇਨ ਦਾ ਵਰਲਡ, ਇਟ ਇਜ਼ ਇਟ ਨਾਟ ਐਨ ਐਨਜੀਓ? ਜਿਹਦੀ ਤੋਂ ਜਿਹੜੀ ਦੀ ਗੱਲ ਕਰ ਰਹੇ ਹੋ ਡੇਰਾ ਐਨਜੀਓ ਨਹੀਂ ਹੈ ਕਿਆ? ਇਟ ਇਜ਼ ਨਾਟ ਐਨ ਐਨਜੀਓ, ਇਟ ਇਜ਼ ਅ ਪੋਲੀਟੀਕਲ ਪਾਰਟੀ। अगर आरएसएस इज एन एनजीओ, इट इज नो नॉन गवर्नमेंट ऑर्गेनाइजेशन, एनजीओ हैज नो पॉलिटिकल एजेंडा, बट आरएसएस हैज अ पॉलिटिकल एजेंडा। ऑल देखो आरएसएस कैन नॉट बी सेपरेटेड फ्रॉम कम्युनिस्ट ऑर्गेनाइजेशन है तो पीपल फॉर सिविल लिबर्टी एंड ऑल दैट, एनजीओ या पॉलिटिकल पॉलिटिकल होगी। आप जो कह रहे हैं ठीक है, मैं सिर्फ ये कहना चाहता हूं, फेयर रहा मेरा वादा, मैं जस्ट कंप्लीट योर पॉइंट। मैं सिर्फ ये कहना चाहता हूं आज के दिन में आप हरियाणा, पंजाब, ये कुछ स्टेट्स ही देख लीजिए या कहीं के स्टूडेंट्स का कोई नॉर्मल प्रोटेस्ट भी होता है, उससे सबसे पहले देशद्रोह, सेडिशन के चार्जेस लगा दिए जाते हैं। वो क्यों होता है? उनको बोला जाता है, ना केवल एक क्रिटिसिज्म किया जाता है एंटी नेशनल है, बल्कि लाइफ इंप्रिजनमेंट तक की सजा होती है। मैं जो मान भी लवा ਤੁਸੀਂ ਇਸ ਸਵਾਲ ਨਾਲ ਕਿਉਂ ਇੰਗੇਜ ਕਿਉਂ ਨਹੀਂ ਕਰਦੇ? ਤੁਸੀਂ ਉਹਦੇ ਨਾਲ ਉਹਨੂੰ ਕਿਵੇਂ ਰਿਸਪੌਂਡ ਕਰਦੇ ਹੋ ਵਿਅਕਤੀ ਨੂੰ ਜਿਹੜਾ ਕਹਿੰਦਾ ਮੈਂ ਆਪਣੇ ਦੇਸ਼ ਵਿੱਚ ਪ੍ਰਾਈਡ ਲੈਣਾ ਚਾਹਨਾ? ਆਈ ਡੂ ਹੈਵ ਅ ਪ੍ਰੋਬਲਮ ਵਿਦ ਪਾਕਿਸਤਾਨ। ਮੈਂ ਕਿਉਂ ਇਹ ਸੁਪਨਾ ਨਾ ਲਵਾਂ ਕਿ ਮੈਂ ਇੱਕ ਸ਼ਕਤੀਸ਼ਾਲੀ ਰਾਸ਼ਟਰ ਹੋਵਾਂ? ਹਿੰਦੁਸਤਾਨ ਦਾ ਅਕਸਸ ਪੂਰੀ ਦੁਨੀਆ ਦੇ ਵਿੱਚ ਇੱਕ ਸ਼ਕਤੀਸ਼ਾਲੀ ਰਾਸ਼ਟਰ ਦਾ ਹੋਵੇ, ਇਹਦੇ ਨਾਲ ਕੀ ਮੁਸ਼ਕਲ ਹੈ? ਇਹ ਰਾਸ਼ਟਰਵਾਦ ਦੇ ਰੰਗ ਵਿੱਚ ਕਿਉਂ ਭਿਓ ਦਿੱਤਾ ਜਾਂਦਾ ਹੈ? कोई दिक्कत People need to take pride in their country. कोई दिक्कत आप लीजिए, you take pride, उसमें कोई दिक्कत नहीं है, पर राष्ट्रवाद का चोगा पहन के आप जातिवादी चीजें करना, आप अपने आप अमीरों के लिए के फायदे की बात करना, गरीबों अच्छा प्रॉमिस में ਤੁਸੀਂ बुरा नहीं ਮੰਨੋਗੇ। ਜਦੋਂ ਨਹਿਰੂ ਜੀ ਕਹਿੰਦੇ ਨੇ ਕਿ ਹਿੰਦੁਸਤਾਨ ਦੀ ਜਦੋਂ ਨਹਿਰੂ ਜੀ ਹਿੰਦੁਸਤਾਨ ਦੀ ਗ੍ਰੇਟਨੈਸ ਦੀ ਗੱਲ ਕਰਨ ਤਾਂ ਸੈਕੂਲਰ ਹੁੰਦੇ ਨੇ, ਜੇ ਮੋਦੀ ਹਿੰਦੁਸਤਾਨ ਦੀ ਗ੍ਰੇਟਨੈਸ ਦੀ ਗੱਲ ਕਰਨ ਤਾਂ ਅल्ट्रा नेशनलिस्ट हो जाते हैं। कोई ये नहीं कह रहा है जब ये सब होता नहीं जब मोदी जी ये कहते हैं कि आई एम अ हिंदू नेशनलिस्ट, जब मोदी जी ये कहते हैं आई एम अ हिंदू नेशनलिस्ट, हम उसका क्रिटिसाइज करते हैं। जब वो देश की बात करते हैं, देश की डेवलपमेंट की बात करते हैं, अच्छी बात है। कि मोदी साहब हिंदू नेशनलिस्ट ने? मैं आपको अब अमेरिका तो सेक्युलर कंट्री है, मेरे पास ये डॉलर पड़ा हुआ है, ये वैसे डॉलर अमेरिका सेक्युलर एक्सप्लेनेशन है ना, जेब पे डॉलर क्यों है? ये डॉलर दे उत्ते लिखा है इन गॉड वी ट्रस्ट। यूएस हैज अ वेरी क्लियर डेफिनेट कि वी आर क्रिश्चियन कंट्री और साडे लीडर जे क्रिश्चियन देश ने ते क्रिश्चियन ਅਸੀਂ क्रिश्चियन लीडर हां ते क्रिश्चियनिटी साडा स्टेट है, चाहे सेक्युलर बोलन जो मर्जी बोलन। उधर उन्होंने स्पेसिफिकली एक्ट पास किया पार्लियामेंट अपने कांग्रेस में। मूवमेंट है जी, आगे ਤੁਹਾਡਾ पॉइंट खालिद साहब। नहीं मैं पॉइंट कर रहा जे मोदी
ਜੇ ਉਹਦਾ ਰਿਲੀਜਨ if he says ਮੇਰਾ ਰਿਲੀਜਨ ਹਿੰਦੂ ਹੈ, and if he says I'm a Hindu nationalist, what's wrong in that? No, there is a difference. As prime minister, he is speaking as कहते हैं कि हिंदू कोई गलत चीज है, हिंदू का प्राइम मिनिस्टर नहीं है, राष्ट्रवाद की परिभाषा जो है हिंदू का प्राइम मिनिस्टर कैसे बदली है, समझ नहीं रहे कि धर्म जो मर्जी हो उसको फॉलो करने का पूरा हक रिलीजन डिफरेंट थिंग्स, यू डोंट अंडरस्टैंड। आप कोई समझ है अर्जुन पॉलिटिशियंस नहीं है डिबेट दे, बड़े डिफरेंट मैन ऑफ लेटर्स ने, तो ਆਪਾਂ डिफरेंट ਗੱਲ ਕਰਾਂਗੇ। ਖਾਲਿਦ ਸਾਹਿਬ ਮੁਸ਼ਕਲ ਸਿਰਫ ਇਹ ਹੈ ਕਿ ਮੇਰੇ ਪਿਤਾ ਜੀ ਹਰ ਰੋਜ਼ ਗੁਰਦੁਆਰੇ ਜਾਂਦੇ ਨੇ, ਲੋਕ ਬੜੇ ਧਾਰਮਿਕ ਨੇ। ਮੇਰਾ ਦੋਸਤ ਕਦੀ ਨਮਾਜ਼ ਨਹੀਂ ਮਿਸ ਕਰਦਾ, ਮਤਲਬ ਬੜਾ ਕੱਟੜ ਹੋਣਾ ਹੈ ਜੀ, ਇਹ ਮੁਸ਼ਕਿਲ ਹੈ। ਜੇ ਮੇਰੇ ਪਿਤਾ ਜੀ ਰੋਜ਼ ਗੁਰਦੁਆਰੇ ਜਾਂਦੇ ਧਾਰਮਿਕ ਨੇ, ਜੇ ਮੇਰਾ ਦੋਸਤ ਕਦੀ ਨਮਾਜ਼ ਮਿਸ ਨਹੀਂ ਕਰਦਾ ਤਾਂ ਬੜਾ ਕੱਟੜ ਹੋਣਾ ਜੀ। ਦੇਖੋ ਇਦਾਂ ਇਹ ਜਿਹੜਾ ਦੇਖਣ ਦਾ ਤਰੀਕਾ ਸਾਨੂੰ ਦਿਖਾਇਆ ਗਿਆ ਨਾ ਮੀਡੀਆ ਦੇ ਵਿੱਚ ਵੀ ਤੇ ਅਦਰਵਾਈਜ਼ ਦੀ ਪਰਸੈਪਸ਼ਨ ਔਰ ਪਰਿਸਥਿਤੀ ਇਹ ਬਣਾ ਦਿੱਤੀ ਗਈ ਹੈ ਕਿ ਅਗਰ ਅਸੀਂ ਬਾਈਨਰੀ ਕ੍ਰੀਏਟ ਨਹੀਂ ਕਰਾਂਗੇ ਤਾਂ ਉਸ ਵੇਲੇ ਤੱਕ ਸਾਨੂੰ ਵੋਟਾਂ ਨਹੀਂ ਪੈਣੀਆਂ। ਬਾਈਨਰੀ ਕ੍ਰੀਏਟ ਕਰਾਂਗੇ, ਮੈਂ ਤੁਹਾਨੂੰ 2 ਐਗਜ਼ਾਮਪਲਸ ਦਿੰਦਾ। ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ? ਕਿਉਂਕਿ ਦੇयर इज अ ਬਫਰ। यूपी ਦੇ ਵਿੱਚ ਕਿਉਂ ਹੋ ਸਕਦਾ ਹੈ? ਕਿਉਂਕਿ ਉੱਥੇ ਤੁਸੀਂ ਕਲੀਅਰ ਕੱਟ ਬਾਈਨਰੀ ਕ੍ਰੀਏਟ ਕਰ ਸਕਦੇ ਹੋ, ਔਰ ਕੀਤੀ ਵੀ ਹੈ। ਤੁਸੀਂ ਪਿਛਲੇ ਇਲੈਕਸ਼ਨ ਦੇ ਵਿੱਚ ਦੇਖ ਰਹੇ ਹੋ ਕੀ ਹੋਇਆ, ਕਿਸ ਤਰੀਕੇ ਦੀਆਂ ਸਟੇਟਮੈਂਟ। ਪੰਜਾਬ ਦੇ ਵਿੱਚ ਸਭ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਨੈਸ਼ਨਲਿਜ਼ਮ, ਐਂਟੀ ਨੈਸ਼ਨਲ ਵਰਡ ਇਸ ਤਰ੍ਹਾਂ ਯੂਜ਼ ਕੀਤੇ ਜਾਂਦੇ ਨੇ ਜਿਵੇਂ ਕੋਈ ਸਿਲੇਬਸ ਦੀਆਂ ਟਰਮਸ ਹੋਣ। ਨਹੀਂ ਦੇਖੋ ਨੈਸ਼ਨਲਿਜ਼ਮ ਇੱਕ ਦੂਜੇ ਦੇ ਵਿੱਚੋਂ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਜੋ ਸਾਡੇ ਬੱਚਿਆਂ ਨੇ ਪ੍ਰੋਟੈਸਟ ਕੀਤਾ ਤਾਂ ਸੈਡੀਸ਼ਨ ਦਾ ਉਹਨਾਂ ਦੇ ਚਾਰਜ ਲਗਾ ਦਿੱਤਾ ਸੀ। ਨੈਸ਼ਨਲਿਜ਼ਮ ਤੇ ਡਿਬੇਟ ਕਰਨੀ ਚਾਹੀਦੀ ਹੈ ਜੀ, ਮੈਂ ਇਹ ਨਹੀਂ ਕਹਿੰਦਾ ਜੀ, ਲੇਕਿਨ ਇੱਕ ਤਾਂ ਨੈਸ਼ਨਲਿਜ਼ਮ, ਇੱਕ ਤਾਂ ਜਿਹੜਾ ਸੈਕੂਲਰਿਜ਼ਮ ਦੀ ਗੱਲ ਹੋ ਰਹੀ ਸੀਗੀ, ਸੈਕੂਲਰ ਨੈਸ਼ਨਲਿਜ਼ਮ, ਇੱਕ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜਿਹੜਾ ਹੈਗਾ ਉਹ ਕਹਿੰਦਾ ਵੀ ਮੈਨੇ ਜਿਹੜਾ ਹੈਗਾ ਸੋਮਨਾਥ ਦੇ ਮੰਦਿਰ ਦੇ ਉਦਘਾਟਨ ਤੇ ਨਹੀਂ ਜਾਣਾ ਬਿਕੋਜ਼ ਆਈ ਐਮ ਹੈਵਿੰਗ ਏ डिफरेंट पोजीशन, एक कॉन्स्टिट्यूशनल पोजीशन है। दूसरे पासे योगी आदित्यनाथ ਜਿਹੜਾ ਹੈਗਾ ਉਹ ਚੀਫ ਮਿਨਿਸਟਰੀ ਤੋਂ 5 ਦਿਨ ਦੀ ਛੁੱਟੀ ਲੈ ਕੇ ਉਹ ਸਾਰੇ ਕੰਮ ਕਰ ਰਿਹਾ ਹੈ ਜਿਹੜਾ ਮਹੰਤਗਿਰੀ ਦੇ ਜਾਂ ਜਿਹੜੇ ਹੈਗੇ ਆ ਸ਼ਰਿਆਮ ਉਹ ਜਿਸ ਵੇਲੇ ਤੁਸੀਂ ਜਿਸ ਵੇਲੇ ਤੁਸੀਂ ਕਿਸੇ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਹੋ ਐਜ਼ ਚੀਫ ਮਿਨਿਸਟਰ ਐਜ਼ ਗਵਰਨਰ ਤਾਂ ਤੁਸੀਂ ਸਭ ਦੇ ਹੋ, ਕਿਸੇ ਇੱਕ ਦੇ ਨਹੀਂ ਹੋ। ਤੁਸੀਂ ਪ੍ਰਾਈਵੇਟ ਇੰਟਰਸਟ ਜਾ ਸਕਦੇ ਹੋ, ਵੈਟੀਕਨ ਸਿਟੀ ਜਾ ਸਕਦੇ ਹੋ। ਮੈਂ ਵੈਟੀਕਨ ਸਿਟੀ ਤੋਂ ਹੀ ਲੈਣਾ, ਮੈਂ ਇੰਡੀਆ ਦੀ ਗੱਲ ਕਰ ਰਿਹਾ। ਮੈਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਦੀ ਨੈਸ਼ਨਲਿਜ਼ਮ, ਮੈਨੂੰ ਨਹੀਂ ਪਤਾ ਉਹਨਾਂ ਦੀ ਸੈਕੂਲਰ, ਮੈਂ ਤਾਂ ਇੰਡੀਆ ਦੀ ਗੱਲ ਕਰ ਰਿਹਾ। ਯਾਦ ਆ ਤੁਸੀਂ ਵੈਟੀਕਨ ਦੀ ਗੱਲ ਛੱਡੋ, ਬ੍ਰੇਕਲੀ ਰੁਕਣਾ ਪੈ ਰਿਹਾ। ਮੈਂ ਵੈਟੀਕਨ ਦੀ ਗੱਲ ਛੱਡੋ, ਤੁਸੀਂ ਇੱਥੇ ਦੀ ਗੱਲ ਕਰੋ। ਮੈਂ ਬ੍ਰੇਕ ਤੋਂ ਬਾਅਦ ਤੁਸੀਂ ਇੱਥੇ ਦੀ ਗੱਲ। ਦੁਨੀਆ ਭਰ ਦੇ ਪੋਲੀਟੀਸ਼ੀਅਨਸ 골ਡਨ ਟੈਂਪਲ ਮੱਥਾ ਟੇਕਦੇ ਆ, ਨਵੇਂ ਸੌ ਲੈਂਦੇ ਨੇ, ਤਾਂ ਕੀ ਮੁਸ਼ਕਲ ਹੋ ਜਾਂਦੀ ਹੈ। ਮੈਂ ਕਿਹਾ ਜੀ ਇਨ ਪ੍ਰਾਈਵੇਟ ਕੈਪੈਸਿਟੀ ਤੁਸੀਂ ਕੁਝ ਵੀ ਕਰੋ। ਹੁਣ ਇਹਨਾਂ ਸਮਿਆਂ ਦੇ ਵਿੱਚ ਇਸੇ ਹੀ ਕਿਸਮ ਨੂੰ ਕਿਸੇ ਦੇ ਸੋਮਨਾਥ ਮੰਦਿਰ ਜਾਣ ਨੂੰ, ਕਿਸੇ ਦੇ ਕਿਸੇ ਮਸਜਿਦ ਵਿੱਚ ਜਾਣ ਨੂੰ, ਮੰਦਿਰ ਜਾਈਏ ਪੁਜਾਰੀ ਨਾ ਬਣੀਏ ਨਾ, ਪ੍ਰਾਈਮ ਪੁਜਾਰੀ बनने में भी क्या दिक्कत है? नहीं ब्रेक तो बाद फिर स्वागत है। चर्चा कर रहे हैं राष्ट्रवाद के मुद्दे के उत्ते। हेमंत गोस्वामी जी ये दसो जिस वे सच्चर कमेटी की रिपोर्ट है, सरकार सच्चर कमेटी को सैटअप करती है, सरकार कहती है पता करो मुस्लिम ਦੀਆਂ लिविंग कंडीशनस किस तरह ਦੀਆਂ ਨੇ। सच्चर कमेटी दसदी है कि डिवेलपमेंट के मॉडल के मुसलमान भाईचारा बहुत पिछे रह रहा है। ਮੰਡਲ ਕਮਿਸ਼ਨ ਨੇ ਸਾਨੂੰ ਦੱਸਿਆ ਸੀ ਕਿ ਦਲਿਤ ਭਾਈਚਾਰਾ ਬਹੁਤ ਪਿੱਛੇ ਰਹਿ ਰਿਹਾ, ਓਬੀਸੀ ਭਾਈਚਾਰਾ ਬਹੁਤ ਪਿੱਛੇ ਰਹਿ ਰਿਹਾ। ਬਹੁਤ ਸਾਰੀਆਂ ਰਿਪੋਰਟਾਂ ਵੱਖ-ਵੱਖ ਜਾਤਾਂ ਦੀ ਸਥਿਤੀ ਦੱਸਦੀਆਂ ਨੇ। ਪਟੇਲਸ ਆਪਣੇ ਬਾਰੇ ਦੱਸ ਰਹੇ ਨੇ, ਮਾਰਕੀਟ ਦੇ ਵਿੱਚ ਜਿਹੜੀ ਜੌਬਸ ਦੀ ਮਾਰਕੀਟ ਉਹਦੇ ਪਟੇਲ ਬਹੁਤ ਪਿੱਛੇ ਰਹਿ ਰਹੇ ਨੇ, ਜਾਟ ਬਹੁਤ ਪਿੱਛੇ ਰਹਿ ਰਹੇ ਨੇ। ਜਿਸ ਵੇਲੇ ਗੱਲ ਅਕਸਰੀਅਤ ਦੀ ਮੁਸਲਿਮਸ ਦੀ ਹੁੰਦੀ ਹੈ ਉਸ ਵੇਲੇ ਇੱਕ ਰਿਐਕਸ਼ਨ ਬਹੁਤ ਡਿਫਰੈਂਟ ਆ ਜਾਂਦਾ ਹੈ ਕਿ ਜੀ ਸੱਚਰ ਕਮੇਟੀ ਰਿਪੋਰਟ ਤਾਂ ਜੀ ਇੱਕ ਕਮਿਊਨਲ ਤੁਸੀਂ ਪ੍ਰਿਜ਼ਮ ਤੋਂ ਸਾਰੇ ਦੇਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹੋ। ਵਾਈ ਇਜ਼ ਦੈਟ ਜੀ? ਸੱਚਰ ਕਮੇਟੀ ਦੀ ਰਿਪੋਰਟ ਅਚਾਨਕ ਸਰਕਾਰਾਂ ਦੇ ਬਦਲਣ ਨਾਲ, ਉਹਨਾਂ ਦਾ ਰੰਗ ਬਦਲਣ ਦੇ ਨਾਲ ਕਮਿਊਨਲ ਹੋ ਜਾਂਦੀ ਹੈ। ਸਰ ਇਹ ਇੱਕ ਤੇ 2 ਚੀਜ਼ਾਂ ਹੈ। ਇੱਕ ਤੇ ਤੁਹਾਡੀ ਪ੍ਰੀਜ਼ੰਪਸ਼ਨ ਹੈ ਕਿ ਸਾਰੇ ਦੇ ਸਾਰੇ ਲੋਕ ਜਿਹੜੇ ਹੈ ਕਿਸੇ ਵੀ ਕਮਿਊਨਿਟੀ ਦੇ ਨੂੰ ਬੈਕਵਰਡ ਕਹੋਗੇ ਤੇ ਇਹ ਇਸ ਤਰ੍ਹਾਂ ਰਿਫਲੈਕਟ ਕਰਨਗੇ। ਸੱਚਰ ਕਮਿਸ਼ਨ ਨੇ ਨਹੀਂ ਕਿਹਾ ਕਿ ਸਾਰੇ ਦੇ ਸਾਰੇ ਲੋਕ ਨੇ, ਉਹਨਾਂ ਨੇ ਇੱਕ ਡਾਟਾ ਉਹਨਾਂ ਨੇ ਕਿਹਾ ਬਿਲਕੁਲ ਕਿਹਾ, ਪਰ ਤੁਹਾਡੀ ਪ੍ਰੀਜ਼ੰਪਸ਼ਨ ਦੈਟ ਬਾਕੀ ਸਾਰੇ ਲੋਕ ਉਹਦਾ ਵਿਰੋਧ ਕਰਨਗੇ, ਇਹ ਮੈਨੂੰ ਲੱਗਦਾ ਹੈ ਪ੍ਰੀਜ਼ੰਪਸ਼ਨ ਹੈ ਐਂਡ ਦਿਸ ਇਜ਼ ਅ ਵੈਰੀ ਬਿਗ ਪ੍ਰੀਜ਼ੰਪਸ਼ਨ ਜਿਹੜੀ ਤੁਸੀਂ ਕਰਕੇ ਮੈਨੂੰ ਇੱਕ ਲੀਡਿੰਗ ਕੁਐਸਚਨ ਪਾ ਰਹੇ ਹੋ। ਓਕੇ, ਯੂ ਆਰ ਸੇਇੰਗ ਦੈਟ ਬਟ ਯੂ ਨੋ ਦ ਲਾਰਜਰ ਡਿਬੇਟ ਇਨ ਦ ਕੰਟਰੀ ਔਨ ਸੱਚਰ ਕਮੇਟੀ। ਜੀ again you are coming to, you are putting a leading, okay, but ਇਹ ਜਦ ਤੁਸੀਂ ਦੇਖੋ ਕਿ ਇਹ ਜਿਹੜੀ ਸਟ੍ਰੈਟੇਜੀ ਹੈ ਕਿ ਮੈਂ ਪੰਜਾਬੀ ਵਿੱਚ ਦੱਸਦੇ ਲੋਕਾਂ ਨੂੰ ਕਿ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਐਂਕਰ ਦਾ ਸਵਾਲ ਜਾਣ ਬੁੱਝ ਕੇ ਬਾਇਸ ਦਾ ਇੱਕ ਪਾਸੇ ਨੂੰ ਤਾਂ ਕਿ ਆਡੀਅנס ਨੂੰ ਪਤਾ ਹੋਵੇ ਤੇ ਉਹ ਐਂਕਰ ਤਾਂ ਮੈਨੂੰ ਤੇ ਤੁਹਾਨੂੰ ਸਭ ਜੱਜ ਕਰ। ਜੀ ਹੁਣ ਜਿਸ ਟਾਈਮ ਬੇਨਸ ਨੇ 1901 ਦੇ ਆਪਣੇ ਸੈਂਸਸ ਜਿਹੜੇ ਨੇ ਉਹਨਾਂ ਨੂੰ ਕਾਸਟ ਦੇ ਆਧਾਰ ਤੇ ਜਦ ਸ਼ੁਰੂ ਕੀਤਾ ਸੀ, ਦਾ ਬੇਸਿਕ ਆਬਜੈਕਟਿਵ ਵਾਸ ਕਿ ਕਿਸ ਤਰ੍ਹਾਂ ਸਾਡੇ
ਦੇਸ਼ ਨੂੰ ਕਿਸ ਤਰ੍ਹਾਂ ਤੋੜਾ ਜਾਏ, ਕਿਸ ਤਰ੍ਹਾਂ ਛੋਟੇ-ਛੋਟੇ ਫਰੈਗਮੈਂਟ ਜਾਤ ਦੇ ਨਾਮ ਤੇ ਕਾਸਟ ਜਿਹੜੀ ਹਲੇ ਪੈਨਲਿਸਟ ਵੀ ਗੱਲ ਕਰ ਰਹੇ ਸੀ ਉਹਨੂੰ ਕਿਸ ਤਰ੍ਹਾਂ ਡਿਵਾਈਡ ਕੀਤਾ ਜਾਏ ਤੇ ਕਿਸ ਤਰ੍ਹਾਂ ਉਹ ਫਰੈਗਮੈਂਟ ਵਿੱਚ ਆਪਣੇ ਨੂੰ ਗੇਨ ਕੀਤਾ ਜਾਏ। ਉਹ ਜਿਹੜਾ ਸਿਸਟਮ ਸੀ ਪੋਲੀਟੀਕਲ ਡਿਵਾਈਡ ਐਂਡ ਰੂਲ ਵਾਲਾ, ਉਹ ਆਜ਼ਾਦੀ ਤੋਂ ਬਾਅਦ ਖਤਮ ਨਹੀਂ ਹੋਇਆ ਹੈ। ਅੱਜ ਵੀ ਸਾਡੇ ਰਾਜਨੀਤਿਕ ਦਲ ਇਕਨੋਮਿਕ ਕਾਸਟ ਸੈਂਸਸ ਆ ਉਹ ਵੀ ਹਲੇ ਸਰਕਾਰ ਵੱਲੋਂ ਸਰ ਜਿੰਨੇ ਵੀ ਕਰਾਇਆ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਤੇ ਉਹ ਪੋਲੀਟਿਕ ਉਹ ਪੋਲਰਾਈਜੇਸ਼ਨ ਵਿੱਚ ਸਾਨੂੰ એનર્ਜੀ ਮਿਲਦੀ ਹੈ। ਜਿਹੜੇ ਸਾਡੇ ਛੋਟੇ-ਛੋਟੇ ਗੁੱਟਬਾਜ਼ੀ ਵਾਲੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ એનર્ਜੀ ਮਿਲਦੀ ਹੈ, ਚਾਹੇ ਉਹ ਮੁਸਲਿਮ ਹਿੰਦੂ ਦਾ ਇਸ਼ੂ ਹੋਏ, ਚਾਹੇ ਵਿਦਿਨ ਹਿੰਦੂ ਡਿਵੀਜ਼ਨ ਆਫ ਕਾਸਟ ਦਾ ਮੁੱਦਾ ਹੋਏ, ਇਹ ਸਾਰੀ ਪੋਲਰਾਈਜੇਸ਼ਨ ਦੀ ਪੋਲਿਟਿਕਸ ਹੈ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਰਾਸ਼ਟਰਵਾਦੀ ਵਿਅਕਤੀ ਨੂੰ ਕਿਸੇ ਨੂੰ ਵੀ ਇਹਦੇ ਵਿੱਚ ਡਾਊਟ ਹੋਏਗਾ। 1 ਦੂਜੀ ਚੀਜ਼, ਜਦ ਅਸੀਂ ਇਹ ਕਹਿੰਦੇ ਹਾਂ ਕਿ ਡਾਊਟ ਹੈਗਾ ਇਹ ਰਾਸ਼ਟਰਵਾਦੀ ਤਾਂ ਫਿਰ ਨਹੀਂ ਹੈਗੇ ਨਾ ਤੁਹਾਡੀ ਨਜ਼ਰ 'ਚ? ਮੈਂ ਜਦ ਪਿਛਲੀ ਸੈਗਮੈਂਟ ਵੀ ਮੈਂ ਜਦ ਗੱਲ ਕਰ ਰਿਹਾ ਸੀ ਕਿ ਇੱਕ ਦੋ ਤਰ੍ਹਾਂ ਦੀ ਪੋਲਿਟਿਕਸ ਹੈ, ਇੱਕ ਰਿਲੀਜਨ ਤੇ ਆਧਾਰ ਤੇ ਹੈ ਤੇ ਦੂਜੀ ਸੈਕੂਲਰ ਪੋਲਿਟਿਕਸ ਹੈ। ਜਿਹੜੇ ਹਿੰਦੁਸਤਾਨ ਦਾ ਪੂਰਾ ਮੇਕਅਪ ਹੈ ਉਹ ਸੈਕੂਲਰ ਮੇਕਅਪ ਹੈ। ਉਹ ਸੈਕੂਲਰ ਦੇ ਮੇਕਅਪ ਦੇ ਬਿਨਾ ਹਿੰਦੁਸਤਾਨ ਖੜਾ ਨਹੀਂ ਰਹਿ ਸਕਦਾ। ਐਂਡ ਜਿਹੜਾ ਵਿਰੋਧ ਹੋ ਰਿਹਾ ਹੈ ਉਹ ਵਿਰੋਧ ਹੋ ਰਿਹਾ ਹੈ ਉਹ ਜਿਹੜਾ ਐਗਜ਼ਿਸਟਿੰਗ ਫੈਬਰਿਕ ਹੈ ਉਹਨੂੰ ਬ੍ਰੇਕ ਕਰਨ ਦਾ। ਜਿਹੜੇ ਕਾਮਰੇਡਾਂ ਦਾ ਜਿਹੜਾ ਜਿੰਨਾ ਵੀ ਅਟੈਕ ਹੈ ਉਹ ਸਾਰਾ ਅਟੈਕ ਹੈ ਕਿ ਇਹ ਫੈਬਰਿਕ ਤੋੜਿਆ ਜਾਏ ਤਾਂ ਕਿ ਅੰਦਰ ਵਿਚਾਰ ਬਚਾਇਆ ਜਾਏ, ਤੋੜਾ ਜਾਏ, ਦੇਸ਼ ਬਚਾਇਆ ਜਾਏ, ਸੈਕੂਲਰ ਦੇਸ਼ ਬਚਾਇਆ ਜਾਵੇ, ਸੈਕੂਲਰ ਤੋੜ ਕੇ ਦੂਜੀ ਸਮਝ ਆਉਂਦੀ ਹੈ ਦੂਜੀ ਪੋਲਰਾਈਜੇਸ਼ਨ ਖੜਾ ਕਿ ਤੁਸੀਂ ਇਸ ਵੇਲੇ ਇੱਕ ਵੱਡੀ ਲੂਜ਼ਿੰਗ ਸਾਈਡ ਤੇ ਹੋ। ਬ੍ਰੈਕਸਿਟ ਵਾਲੇ ਨੈਸ਼ਨਲਿਸਟ ਨੇ ਉਹ ਇੰਗਲੈਂਡ ਨੂੰ ਬਚਾ ਰਹੇ ਨੇ, ਟਰੰਪ ਨੈਸ਼ਨਲਿਸਟ ਹੈ ਉਹਨੇ ਅਮਰੀਕਾ ਗ੍ਰੇਟ बनाना है, जर्मनी ਵਿੱਚ ਨੈਸ਼ਨਲਿਸਟ फिर रहे हैं। हम चाहते हैं कि हमारे फाउंडर्स का जो देश था बचा रहे, वो वैल्यूज बची रही, कॉन्स्टिट्यूशनल वैल्यू बची रहे। ये इस देश की जो मूलभूत चीजें जो कह रहे हैं सेक्युलरिज्म, मूलभूत जो चीजें हैं, सोशलिज्म, ये मूलभूत वैल्यूज है इस देश की जिसपे देश की पॉलिटिक्स चल रही है, उसको ही खत्म करने में इंटरनेशनल नहीं होना चाहिए ना। हम प्रोटेस्ट करते हैं कदे गां दे नाम ते कदे किसे दे नाम ते खत्म कर। सुनो सर, एक बेसिक डिफरेंस क्या होता है, वेदर जिन एक्टिविटीज को ये बोल रहे हैं वो जो क्राइम या जो छोटे-छोटे ਜੱਜ ਸਾਹਿਬ ਨਾਲ ਗਾਂ ਨੂੰ ਲੈ ਕੇ ਆਏ ਨੇ, ਮੈਂ ਤਾਂ ਪੁੱਛ ਰਿਹਾ ਜਿਹੜੀ ਛੋਟੀ ਗੱਲਾਂ ਨਾ ਕਿ ਇੱਕ ਕ੍ਰਾਈਮ ਹੋ ਗਿਆ, ਕਿਸੇ ਨੇ ਕਿਸੇ ਬੰਦੇ ਨੂੰ ਮਾਰਨਾ, ਕਿਸੇ ਨੇ ਗਾਂ ਦੇ ਪਿੱਛੇ ਕਿਸੇ ਨੂੰ ਮਾਰਤਾ ਜਾਂ ਕੁਝ ਹੋਰ, ਇਹ ਜਿਹੜੇ ਨੇ ਥੀਸ ਆਰ ਕ੍ਰਿਮੀਨਲ ਐਕਟੀਵਿਟੀ। ਇਹ ਸਟੇਟ No, this is a pattern, this is a pattern, no, this is ਇੱਕ ਦਾ ਇੰਸੀਡੈਂਟ ਹੋ ਜਵੇ ਅਲੱਗ ਗੱਲ, ਲੇਕਿਨ ਜਦ ਹੁੰਦਾ ਹੀ ਰਹੇ ਔਰ ਸਟੇਟ ਚੋਂ ਖਤਰਾ ਹੈ ਬੜਾ ਮੈਨੂੰ ਖਤਰਾ ਜੇ ਸਟੇਟ ਪਤਾ ਤੁਸੀਂ ਮਾਈਨੋਰਿਟੀ ਹੋ ਪੈਨ ਦੇਖੋ ਇਦਾਂ ਹੈਗਾ ਕਿ ਇਹ ਚੀਜ਼ ਨਹੀਂ ਹੈ। ਸਟੇਟ ਕਿਸ ਤਰ੍ਹਾਂ ਖਤਮ ਕਰਦਾ है, एग्जांपल दे रहे हैं सर एग्जांपल दे रहे हैं स्टेट किस तरह खत्म करता है। मैं अमेरिका का एग्जांपल फिर देंगा क्योंकि स्टेट ने किस तरह खत्म किया है। सेकंड वर्ल्ड वॉर दे टाइम स्पेसिफिक लेजिस्लेशन लेके आए गए अमेरिका दे ਤੁਸੀਂ ਬਹੁਤ ਨੇੜੇ ਹੋ, ਇਸ ਕਰਕੇ ਅਮਰੀਕਾ ਦੀਆਂ ਐਗਜ਼ਾਂਪਲਾਂ ਦੇਈ ਜਾਂਦੇ ਹੋ। ਹਾਲੀਵੁੱਡ ਨੂੰ ਕਿਸ ਤਰ੍ਹਾਂ ਬੰਦ ਕੀਤਾ ਤਾਂ ਬਿਨਾ ਹੋਰ ਵੀ ਹੋਰ ਵੀ ਬਹੁਤ ਕੁਝ ਹੈ। ਮੈਂ ਤੁਹਾਨੂੰ ਇਸ ਲਈ ਤੁਸੀਂ ਦਾਦੇ ਦੀ ਐਗਜ਼ਾਂਪਲ ਤੁਸੀਂ ਕਾਮਰੇਡ ਲੋਕ ਸਿਰਫ ਯੂਰਪ ਤੇ ਅਮਰੀਕਾ ਸਮਝਦੇ ਨੇ, ਤਾਂ ਹੀ ਮੈਂ ਗੱਲ ਕਰ ਰਿਹਾ। ਅਮਰੀਕਾ ਦੇ ਬਹੁਤ ਸਾਰੇ ਸਮਝਦੇ ਇਸ ਕਰਕੇ ਸਮਝਦੇ ਮੈਨੂੰ ਅਮਰੀਕਾ ਹੀ ਸੋਚਦਾ। ਖਾਨ ਦੇ ਆ ਜਿਨ੍ਹਾਂ ਦੇ ਉੱਤੇ ਦੋਸ਼ ਸੀ ਕਤਲ ਦਾ, ਉਹਨਾਂ ਸਾਰਿਆਂ ਨੂੰ ਹੁਣ ਕਿਉਂਕਿ ਛੱਡ ਦਿੱਤਾ ਗਿਆ ਹੈ। ਰਾਸ਼ਟਰਵਾਦੀ ਮੈਂ ਕਿਹਾ ਜੀ ਸਭ ਬਰੀ ਹੋ ਗਏ, ਸਭ ਬਰੀ ਹੋ ਗਏ। ਰਾਸ਼ਟਰਵਾਦੀ ਕਿਸੇ ਪਾਸੇ ਜਿੱਤ ਤੇ ਹੋਈ ਹੋਵੇਗੀ। ਸਰ ਰਾਸ਼ਟਰਵਾਦ ਇੱਥੇ ਕਿੱਥੇ ਆ ਗਿਆ? ਕ੍ਰਿਮੀਨਲ ਐਕਟੀਵਿਟੀ ਸੀ। ਇਟ ਵਾਸ ਨਾਟ। ਇਹ ਨਵਾਂ ਡਿਸਕੋਰਸ ਜਿਹੜਾ ਹੈਗਾ ਰਚਿਆ ਜਾ ਰਿਹਾ ਹੈ। ਖਾਲਿਦ ਸਾਹਿਬ ਇਹ ਨਵਾਂ ਡਿਸਕੋਰਸ ਰਚਿਆ ਜਾ ਰਿਹਾ ਹੈ। ਕਿਸੇ ਨੇ ਇਲੀਗਲ ਐਕਟੀਵਿਟੀ ਕੀਤੀ, ਕਿਸੇ ਦਾ ਮਰਡਰ ਕਰ ਦਿੱਤਾ, ਇੱਕ ਜਗ੍ਹਾ ਦੀ ਬਜਾਏ ਉਹ ਕੋਈ ਜਗ੍ਹਾ ਦੇ ਉੱਤੇ ਹੋ ਗਏ। ਉਹ ਮਰਡਰ ਲਗਭਗ ਇੱਕੋ ਜਿਹੇ ਨੇ, ਸਾਰੀ ਜਗ੍ਹਾ ਉਹਨਾਂ ਦਾ ਨਾਮ ਗਊ ਰਕਸ਼ਕ ਹੈ, ਆਪਣਾ ਨਾਮ ਗਊ ਰਕਸ਼ਕ ਕਰਕੇ ਕਰਦੇ ਨੇ। ਗਊ ਰਕਸ਼ਕ ਤਾਂ ਮੀਡੀਆ ਨੇ ਦਿੱਤਾ, ਤੁਸੀਂ ਦਿੱਤੇ ਨਾ ਤੇ ਕਹਿ ਰਹੇ ਨੇ ਕਿ ਉਹ ਫਰਾਡਸਟਰ ਨੇ। ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਆਪ ਕਹਿੰਦੇ ਨੇ 85% ਫਰਾਡਸਟਰ ਨੇ। ਮੈਨੇ ਕਿਹਾ ਜੀ ਉਹ ਬਿਲਕੁਲ ਸਹੀ ਹੈ। ਗੱਲ ਇਹ ਹੈਗਾ ਵੀ ਤੁਸੀਂ ਕਦੇ ਗੌ ਰਕਸ਼ਾ ਦੇ ਨਾਂ ਤੇ, ਕਦੇ ਟ੍ਰਿਪਲ ਤਲਾਕ ਦੇ ਨਾਂ ਤੇ, ਕਦੇ UCC ਦੇ ਨਾਂ ਤੇ ਤੁਸੀਂ ਸਮਾਜ ਨੂੰ ਡਿਵਾਈਡ ਕਰਕੇ ਰੱਖਣਾ ਚਾਹੁੰਦੇ ਆ। ਜਿਹੜਾ ਅਸਲ ਇਸ਼ੂ ਹੈ, ਅਸਲ ਇਸ਼ੂ ਤਾਂ ਆ ਹੈਗਾ ਕਿ ਤੁਹਾਡਾ GDP ਕਿੱਥੇ ਜਾ ਰਿਹਾ ਹੈ। ਇਸ਼ੂ ਤਾਂ ਅਸਲ ਇਹ ਹੈਗੇ, ਲੇਕਿਨ ਤੁਸੀਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਤੁਸੀਂ ਪਿਛੜ ਗਏ। ਜਿਸ ਵਾਅਦੇ ਨਾਲ ਤੁਸੀਂ ਆਏ ਥੇ ਉਹ ਵਾਅਦੇ ਪੂਰੇ ਨਹੀਂ ਹੋ ਸਕੇ। ਹੁਣ ਤੁਸੀਂ ਕੀ ਕਰ ਰਹੇ ਹੋ? ਉਹਨਾਂ ਚੀਜ਼ਾਂ ਵੱਲ ਜਾ ਰਹੇ ਹੋ ਜਿਨ੍ਹਾਂ ਚੀਜ਼ਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਆਪਣਾ ਏਜੰਡਾ ਪੂਰਾ ਕਰ ਸਕੋ। ਟ੍ਰਿਪਲ ਤਲਾਕ ਵੀ ਸੁਪਰੀਮ ਕੋਰਟ ਦਾ ਇਸ਼ੂ ਹੈ। ਹਿੰਮਤ ਜੀ ਸੁਪਰੀਮ ਕੋਰਟ ਦਾ ਕਿਵੇਂ ਕਰ ਲਈਦਾ? ਆਪਾਂ ਸੁਪਰੀਮ ਕੋਰਟ ਨੇ ਹਿੰਮਤ ਜੀ ਡਿਬੇਟ ਨੂੰ ਮੋਨੋਪਲਾਈਜ਼ ਨਾ ਕਰੋ ਪਲੀਜ਼। ਸਰ ਤੁਸੀਂ ਕੁਝ ਕਹਿਣਾ ਚਾਹ ਰਹੇ ਸੀਗੇ ਤੇ ਮੈਂ ਜੇ ਤੁਹਾਨੂੰ ਆਪਣੀ ਜ਼ਾਤੀ ਤੇ ਇੱਕ ਪਰਸਨਲ ਪ੍ਰੋਬਲਮ ਪੁੱਛ ਲਵਾਂ। ਮੈਨੂੰ ਦੱਸੋ, ਮੇਰੇ ਵਿਆਹ ਨੂੰ 20 ਸਾਲ ਤੋਂ ਵੀ ਜ਼ਿਆਦਾ ਹੋ ਗਿਆ। ਮੈਨੂੰ ਲੱਗਦਾ ਜੇ ਮੇਰਾ ਕੋਈ ਬੱਚਾ ਹੁੰਦਾ ਤੇ ਪੱਤਰਕਾਰ ਦੇ ਘਰ ਰਹਿੰਦਾ ਹੁੰਦਾ ਤੇ ਉਹ ਚਾਹੇ ਹੁਸ਼ਿਆਰ ਜਾਂ ਨਲਾਇਕ ਕੈਸਾ ਵੀ ਪੱਤਰਕਾਰ ਹੋਵੇ, ਕਿਸੇ ਹੱਦ ਤੱਕ ਉਹਦਾ ਰਾਜਨੀਤੀਕਰਨ ਹੋ ਚੁੱਕਾ ਹੁੰਦਾ ਤੇ ਉਹ ਕਿਸੇ ਸਿਨੇਮਾ ਘਰ ਵਿੱਚ ਜਾਂਦਾ ਤੇ ਜੇ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਤੇ ਇਹ ਕਹਿੰਦਾ ਕਿ ਮੈਂ ਤਾਂ ਕੁਰਸੀ ਤੇ ਬੈਠਾ ਰਹਾਂਗਾ, ਮੈਂ ਨਹੀਂ ਜਨਗਣਮਨ ਵੇਲੇ ਖੜਾ ਹੋਣਾ। ਇਹ ਕੌਣ ਨੇ ਮੇਰੇ ਉੱਤੇ ਇੰਪੋਜ਼ ਕਰ ਰਹੇ ਨੇ ਰਾਸ਼ਟਰਵਾਦ? ਇਸ ਕਿਸਮ ਦਾ ਗਲਤ ਗੱਲ ਹੈ ਤੇ ਕੋਈ ਉਹਦੀਆਂ ਲੱਤਾਂ ਤੋੜ ਦਿੰਦਾ।
ਜੇ ਉਹ ਦੂਸਰੀ ਭੀੜ ਦੁਆਰਾ ਪ੍ਰਭਾਵਿਤ ਹੁੰਦਾ ਤੇ ਉਹ ਕਹਿੰਦਾ ਵੀ ਇਹ ਕਿਉਂ ਬੈਠਾ ਹੋਇਆ, ਇਹਨੂੰ ਜ਼ਰਾ ਸਿਖਾਉਂਦੇ ਆ ਦੇਸ਼ ਭਗਤੀ ਕੀ ਹੁੰਦੀ ਹੈ, ਇਹਦੀਆਂ ਲੱਤਾਂ ਤੋੜਦੇ ਆ। ਸੋ ਮੇਰਾ ਬੱਚਾ ਜਾਂ ਕਿਸੇ ਦੀਆਂ ਲੱਤਾਂ ਤੋੜ ਕੇ ਆ ਜਾਂਦਾ ਜਾਂ ਆਪਣੀਆਂ ਲੱਤਾਂ ਤੋੜਵਾ ਕੇ ਆ ਜਾਂਦਾ। ਇਹ ਇਹੋ ਜਿਹਾ ਕੋਈ ਰਾਸ਼ਟਰਵਾਦ ਨਹੀਂ ਕਿ ਮੇਰਾ ਬੱਚਾ ਫਿਲਮ ਦੇਖਣ ਜਾਏ ਤੇ ਫਿਲਮ ਦੇਖ ਕੇ ਘਰ ਆ ਜਾਵੇ। ਸਵਾਲ ਇਸੇ ਗੱਲ ਤੋਂ ਸ਼ੁਰੂ ਹੁੰਦਾ ਹੈ ਹਾਂ ਕਿ ਇੱਕ ਵਿਅਕਤੀ, ਕਿਸੇ ਦੇਸ਼ ਦਾ ਕੋਈ ਵੀ ਨਾਗਰਿਕ, ਜਾਂ ਤਾਂ ਉਹ ਰਾਸ਼ਟਰਵਾਦੀ ਹੋ ਸਕਦਾ ਆ, ਰਾਸ਼ਟਰਵਾਦੀ ਹੋ ਸਕਦਾ ਆ, ਉਹ ਹਿੰਦੂ ਰਾਸ਼ਟਰਵਾਦੀ, ਮੁਸਲਮਾਨ ਰਾਸ਼ਟਰਵਾਦੀ, ਸਿੱਖ ਰਾਸ਼ਟਰਵਾਦੀ ਨਹੀਂ ਹੋ ਸਕਦਾ। ਸਮੱਸਿਆ ਉਦੋਂ ਖੜੀ ਹੁੰਦੀ ਆ ਜਦੋਂ ਅਸੀਂ ਰਾਸ਼ਟਰਵਾਦ ਦੇ ਨਾਲ ਕਿਸੇ ਧਰਮ ਵਿਸ਼ੇਸ਼ ਨੂੰ ਜੋੜ ਦਿੰਦੇ ਆ, ਤੇ ਜਦੋਂ ਇੱਕ ਮੈਜੋਰਟੀ ਦਾ ਧਰਮ ਦੂਜੇ ਧਰਮਾਂ ਦੇ ਅਕੀਦਿਆਂ ਤੇ, ਉਹਨਾਂ ਦੇ ਵਿਸ਼ਵਾਸਾਂ ਤੇ, ਜਨਗਣ ਮਨ ਕਿਹਦਾ ਧਰਮ ਹੈ, ਤੁਸੀਂ ਜਨਗਣ ਮਨ ਲਈ ਜੰਪ ਕਰਕੇ, ਮੈਂ ਘਰ ਇਕੱਲਾ ਬੈਠਾ ਹਾਂ ਟੀਵੀ ਤੇ ਦੇਖਦਾ ਹਾਂ ਜਨਗਣ ਮਨ ਆਂਦਾ, ਅਸੀਂ ਖੜੇ ਹੋ ਜਾਂਦੇ ਹਾਂ। ਮੈਂ ਇਹੀ ਕਹਿ ਨਹੀਂ ਜਨਗਣ ਮਨ ਖੜੇ ਨਹੀਂ ਹੁੰਦੇ। ਕੱਲ ਦੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਸੀਗਾ ਵਿਕਲਾਂਗ ਵਿਚਾਰਾ ਬੈਠਾ ਸੀਗਾ, ਹੀ ਕੁਡਨਟ ਸਟੈਂਡ ਅਪ, ਉਹਦੇ ਮਗਰ ਪੈ ਗਿਆ, ਕਹਿੰਦੇ ਤੂੰ ਫਿਲਮ ਵਿੱਚ ਖੜਾ ਕਿਉਂ ਨਹੀਂ ਹੋਇਆ, ਤੂੰ ਪਾਕਿਸਤਾਨ ਦੇ ਕੋਈ ਇੰਡੀਵਿਜੂਅਲ ਪਿਆ। ਦਿਸ ਇਜ਼ ਵਾਟ ਹੈਪਨ। ਸਟੇਟ ਦੀ ਪਾਲਿਸੀ ਇਸ ਤਰ੍ਹਾਂ ਦਾ ਰਾਸ਼ਟਰਵਾਦ ਤੁਸੀਂ ਕ੍ਰੀਏਟ ਕਰਨਾ ਚਾਹੁੰਦੇ ਹੋ, ਦੈਟ ਇਜ਼ ਨਾਟ ਅ ਪਾਲਿਸੀ ਆਫ ਦ ਸਟੇਟ। ਇਹ ਠੀਕ ਗੱਲ ਹੈ ਕਿ ਇੰਡੀਵਿਜੂਅਲ ਘਟਨਾ ਹੈ। ਇਸ ਇੰਡੀਵਿਜੂਅਲ ਘਟਨਾ ਨੂੰ ਜਿਹੜਾ ਵਿਅਕਤੀ ਉਹਦੇ ਪਿੱਛੇ ਬੈਠਾ, ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਉਹ ਦੇਸ਼ ਨੂੰ ਤਾਂ ਪਿਆਰ ਕਰਦਾ, ਜਿਹਨੂੰ ਇਸ ਗੱਲ ਤੇ ਤਕਲੀਫ ਹੋਈ ਕੋਈ ਬੈਠਾ ਹੋਇਆ ਦੇਸ਼ ਦਾ ਪਿਆਰ ਕਰਦਾ। ਮੈਂ ਕਹਿੰਦਾ ਇੰਡੀਵਿਜੂਅਲ ਐਕਟੀਵਿਟੀ ਹੈ, ਉਹ ਕਿੱਥੋਂ ਪੜੀਆਂ ਨੇ, ਐਕਸ਼ਨ ਨਹੀਂ ਹੈ। ਇਹ ਨੋਟ ਕਿਉਂ ਆਈ? ਜੇ ਜਨਗਣ ਮਨ ਸਾਡੇ ਸਟੇਟ ਦਾ ਐਕਸ਼ਨ ਹੋਏਗਾ, ਜੇ ਸਟੇਟ ਨੇ ਇਸ ਤਰ੍ਹਾਂ ਦਾ ਐਕਟ ਕੀਤਾ, ਉਹਨੂੰ ਫੜ ਕੇ ਅੰਦਰ ਕਰਤਾ, ਤਾਂ ਮੈਂ ਮੰਨ ਸਕਦਾ ਹਾਂ ਕਿ ਸਟੇਟ ਇਜ਼ ਅਗੇਂਸਟ ਇਟ। ਸਟੇਟ ਨੇ ਕੰਮ ਨਹੀਂ ਹੌਸਲਾ ਦਿੱਤਾ। ਕੇਰਲ ਵਿੱਚ ਮਾਰ ਰਹੇ ਨੇ, ਕੇਰਲ ਵਿੱਚ ਕਿਹੜਾ, ਕੇਰਲ ਦੀ ਸਟੇਟ ਗਵਰਨਮੈਂਟ ਕੌਣ ਕਰ ਰਿਹਾ ਸੀ? ਕੇਰਲ ਤੇ ਗਵਰਨਮੈਂਟ ਨੇ। ਮੈਨੂੰ ਇਹ ਦੱਸੋ ਕਿੰਨੇ ਬੰਦੇ ਮਾਰਤੇ ਕੇਰਲ ਦੇ ਵਿੱਚ? ਆਰਐਸਐਸ ਦੇ ਬੜੇ ਬੰਦੇ ਮਾਰੇ ਨੇ। ਜੇ ਗੱਲ ਤੁਸੀਂ ਨਹੀਂ ਕਹੋਗੇ ਤਾਂ ਸਾਰਾ ਡਿਬੇਟ ਹੀ ਅਧੂਰਾ ਰਹਿ ਜਾਏਗਾ। ਹੁਣ ਤੁਹਾਡੀ ਇਹ ਗੱਲ ਆ ਗਈ ਤਾਂ ਤੁਸੀਂ ਮੇਰਾ ਇਹ ਪੁਆਇੰਟ ਤਾਂ ਜ਼ਰੂਰ ਲਵੋ ਕਿ ਕੀ ਸਿਨੇਮਾ ਘਰਾਂ ਦੇ ਵਿੱਚ, ਇਹ ਤੁਹਾਨੂੰ ਸਾਰਿਆਂ ਨੂੰ ਹੈ, ਕੀ ਸਿਨੇਮਾ ਘਰਾਂ ਦੇ ਵਿੱਚ ਜਨਗਣ ਮਨ ਸੁਣਾਉਣ ਨਾਲ ਦੇਸ਼ ਭਗਤੀ ਦੀ ਭਾਵਨਾ ਵਿੱਚ ਵਾਧਾ ਹੁੰਦਾ ਤੇ ਅਜਿਹਾ 3 ਵਾਰੀ ਕਿਉਂ ਨਹੀਂ ਕੀਤਾ ਜਾਂਦਾ ਫਿਲਮ ਦੇ ਸ਼ੁਰੂ ਵਿੱਚ, ਮੱਧ ਵਿੱਚ ਤੇ ਅੰਤ ਵਿੱਚ? ਕੀ ਅਜਿਹਾ ਕਿਉਂ ਨਹੀਂ ਕੀਤਾ? ਕੀ ਮੈਂ ਰਿਡੀਕੂਲ ਕਰ ਰਿਹਾ? ਕੀ ਮੇਰੀ ਸਮਝ ਨਹੀਂ ਠੀਕ ਹੈ? ਮੇਰੇ ਹਿਸਾਬ ਨਾਲ ਜਿਹੜਾ ਤੁਹਾਡਾ ਮੁੱਦਾ ਹੈ, ਮੈਂ ਇੱਕ ਸਵਾਲ ਤੁਹਾਨੂੰ ਕਰਦਾ ਐਸਪੀ ਸਿੰਘ ਜੀ, ਇਹਨਾਂ ਨੂੰ ਕਰੋ ਜੀ, ਇਹ ਜਵਾਬ ਦੇਣ ਮੈਨੂੰ ਦੇਣ ਦਿਓ। ਮੇਰਾ ਸਵਾਲ ਪਹਿਲਾਂ ਮੇਰਾ ਸਵਾਲ ਇਹਨਾਂ ਦਾ ਵੀ ਸੁਣ ਲਓ ਜੀ, ਕਿ ਸਾਡੀ ਸਰਕਾਰ ਨੂੰ ਇਹ ਤਾਂ ਫਿਕਰ ਆ ਕਿ ਫਿਲਮ ਦੇ ਵਿੱਚ 3 ਵਾਰੀ ਜਨਗਣ, ਇੱਕ ਵਾਰੀ ਕਿਹਾ ਉਹਨਾਂ ਨੇ, ਪਰ ਸਾਡੀਆਂ ਸਰਕਾਰਾਂ ਨੂੰ ਇਹ ਫਿਕਰ ਨਹੀਂ ਕਿ ਕਦੇ ਮਜ਼ਦੂਰ ਬੰਦਾ ਵੀ ਜ਼ਿੰਦਗੀ 'ਚ ਫਿਲਮ ਦੇਖ ਸਕੇ। ਸਾਡੀਆਂ ਸਰਕਾਰਾਂ ਨੂੰ ਇਹ ਫਿਕਰ ਕਿਉਂ ਨਹੀਂ? ਸਰ ਦੋਨਾਂ ਦਾ ਆਪਸ ਵਿੱਚ ਕੋਈ ਬਾਈਨਰੀ ਹੈ। ਮੈਂ ਗੱਲ ਇਹ ਕਹਿਣੀ ਚਾਹੁੰਦੀ ਕਿ ਹਮੰਤ ਜੀ ਕਰ ਰਹੇ ਨੇ, ਇਹ ਵਿਅਕਤਿਗਤ ਘਟਨਾਵਾਂ ਨਹੀਂ ਹਨ, ਇੱਕ ਸਰਕਾਰ ਦੀ ਸ਼ਹਿ ਤੇ ਹੀ ਸਾਰਾ ਕੁਝ ਹੋ ਰਿਹਾ। ਇੱਕ ਨਵਾਂ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਹੈ। ਸੁਣੋ, ਸਰਕਾਰੀ ਰਾਸ਼ਟਰਵਾਦ ਅੱਜ ਤੋਂ ਪਹਿਲੇ ਕਦੇ ਕ੍ਰਾਈਮ ਨਹੀਂ ਹੋਇਆ, ਕਿਸੇ ਨੂੰ ਮਾਰਿਆ ਨਹੀਂ, ਕਿਸੇ ਨੂੰ ਕੁੱਟਿਆ ਨਹੀਂ, ਕਿਸੇ ਦਾ ਕਤਲ ਨਹੀਂ ਹੋਇਆ। ऐसे जो हुआ है अभी और हुआ है इंसिडेंट ਇਹ ਕਦੇ ਨਹੀਂ ਹੋਇਆ ਕਿ ਅਸੀਂ ਮੁਸਲਮਾਨਾਂ ਦੇ ਖਾਣ ਪੀਣ ਨੂੰ ਤੈਅ ਕਰਾਂਗੇ, ਅਸੀਂ ਤੁਹਾਡੀ ਰਸੋਈ ਚੈੱਕ ਕਰਾਂਗੇ, ਅਸੀਂ ਤੁਹਾਡੀ ਜਿਹੜੀ ਸਟੇਟ ਨੇ ਚੈੱਕ ਕੀਤੀ, ਕਿਸੇ ਇੰਡੀਵਿਜੂਅਲ ਨੇ ਆਇਆ ਨਾ, ਕਿਉਂਕਿ ਉਹ ਇੰਡੀਵਿਜੂਅਲ ਆਇਆ ਨਾ, हरियाणा में गौ सेवा आयोग है, वो लोगों को कार्ड बांट रहा है, गौ सेस लगी हुई है, कार्ड बांट रहा है, क्या पता कीजिए। नंबर 1, पिछली बार गुड़गांव में जाके गौ सेवा आयोग हरियाणा का, उन्होंने जाके लोगों के घर रेस्टोरेंट चेक किए। मतलब ये पावर जो आप स्टेट सैंक्शन है, बाय एन एक्ट बना है, तो आप एक तो इम्प्यूनिटी देते हैं। अगर ये कहते हैं स्टेट ने नहीं किया, स्टेट ने कितनों को पकड़ के अंदर किया? बात ये है, सारे के सारे जितने आप लिंचिंग के केसेस बोल रहे हैं, सब केसेस में अभी तक सॉल्व नहीं किया गया। आई एम नॉट हियर टू डिफेंड एनी गवर्नमेंट, पर मैं ਉਹਦੇ ਵਿੱਚ ਜਿੰਨਾ ਮੈਂ ਪੜਿਆ ਸਾਰੇ ਕੇसेस ਵਿੱਚ ਐਕਸ਼ਨ ਹੋਇਆ ਹੈ, ਬੰਦੇ ਅਰੈਸਟ ਐਕਸ਼ਨ ਹੋ ਗਿਆ, ਉਹਨਾਂ ਦੀਆਂ ਬੇਲਸ ਹੋ ਗਈਆਂ, ਸਭ ਦੀਆਂ ਬੇਲਸ ਹੋ ਗਈਆਂ, ਸਰਕਾਰਾਂ ਨੇ ਸਭ ਦੀਆਂ ਬੇਲਸ ਹੋ ਗਈਆਂ। ਕਵੀ ਆਦਮੀ ਵਿੱਚ ਜੰਪ ਕਰਕੇ ਘੱਟ ਬੋਲਦੇ ਨੇ, ਸੰਵੇਦਨਸ਼ੀਲ ਵਿਅਕਤੀ ਨੇ। ਤੁਹਾਡੀ ਤਾਂ ਕਿਤਾਬ ਵੀ ਆ ਪੰਜਾਬੀ ਗਜ਼ਲ, ਹੈ ਨਾ, ਸੰਵੇਦਨਾ ਤੇ ਸਰੋਕਾਰ। ਤੁਸੀਂ ਇਹ ਦੱਸੋ ਵੀ ਦੇਸ਼ ਲਈ ਮਰਨ ਲਈ ਨੌਜਵਾਨ ਤਿਆਰ ਹੁੰਦਾ, ਦੇਸ਼ ਦੇ ਸਪੂਤ ਆ, ਇਹ ਥੋੜਾ ਮਰਨ ਲਈ ਜ਼ਿਆਦਾ ਤਿਆਰ ਹੈ ਅੱਜ ਕੱਲ੍ਹ, ਮਰਨ ਲਈ ਘੱਟ ਤਿਆਰ ਹੈ। ਤੇ ਮਰਨ ਦਾ ਕੰਮ ਤੇ ਫਿਲਹਾਲ ਕਿਸਾਨਾਂ ਨੇ ਫੜਿਆ ਹੋਇਆ ਤੇ ਗਰੀਬਾਂ ਨੇ ਫੜਿਆ ਹੋਇਆ ਤੇ ਮਜ਼ਦੂਰਾਂ ਨੇ ਫੜਿਆ ਹੋਇਆ, ਤੇ ਜਿਨ੍ਹਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਉਹਨਾਂ ਦੇ ਜਾਂ ਕੈਰੀਅਰ ਮਰ ਰਹੇ ਨੇ ਜਾਂ ਜ਼ਿੰਦਗੀਆਂ ਮਰ ਰਹੀਆਂ ਨੇ। ਇਹ ਜਿਹੜਾ ਬਾਰ-ਬਾਰ ਸਾਨੂੰ ਮੁਹਾਵਰਾ ਦੇ ਦਿੱਤਾ ਜਾਂਦਾ ਕਿ ਸਿਆਚਿਨ 'ਚ ਸਾਡਾ ਜਵਾਨ ਖੜਾ, ਉਹਦੇ ਵੱਲ ਦੇਖੋ, ਸਾਡੀ ਫੌਜ ਵੱਲ ਦੇਖੋ, ਫੌਜ ਤੇ ਤਨਕੀਦ ਨਾ ਕਰੋ। ਅਸੀਂ ਫਿਰ ਕਿਸ ਕਿਸਮ ਦਾ ਦੇਸ਼ ਭਗਤ ਪੈਦਾ ਕਰਾਂਗੇ? ਇਸ ਤਰ੍ਹਾਂ ਦੇਖੋ, ਮੇਰੀ ਗੱਲ ਉੱਥੇ ਜਾ ਲੈਂਦੇ ਵੀ ਸਾਨੂੰ ਇਹ ਜ਼ਰੂਰਤ ਕਿਉਂ ਮਹਿਸੂਸ ਹੋਣ ਲੱਗੀ ਕਿ ਸਿਨੇਮਾ ਘਰਾਂ 'ਚ ਜ਼ਬਰਦਸਤੀ ਜਨਗਣ ਮਨ ਚਲਾਇਆ ਜਾਵੇ, ਰਾਸ਼ਟਰੀ ਗੀਤ ਤੇ ਲੋਕ ਖੜੇ ਹੋਣ। ਇਹ ਕਿਸੇ ਕੋਰਟ ਦਾ ਆਰਡਰ ਹੈ, ਕੋਰਟ ਦਾ ਆਰਡਰ ਹੈ ਸਰ, ये सर दी जगह कोर्ट के ऑर्डर भी गलत सुप्रीम कोर्ट का ऑर्डर है, कोर्ट के ऑर्डर भी गलत होते हैं। नहीं, आप बहस करने की क्या बात है? ਤੁਸੀਂ ਦੱਸ ਦਿੱਤਾ ਵੀ ਸੁਪਰੀਮ ਕੋਰਟ ਦਾ ਆਰਡਰ, ਸੁਪਰੀਮ ਕੋਰਟ ਸਟੇਟ ਦਾ ਇੱਕ ਹਿੱਸਾ ਹੁੰਦੀ ਆ, ਇਹਨੂੰ ਮੰਨ ਕੇ ਚੱਲਣਾ ਚਾਹੀਦਾ। ਅਗਲੀ ਜਿਹੜੀ ਗੱਲ ਹੈ, ਇਹ ਜਨਗਣ ਮਨ ਤਾਂ ਅੱਗੇ ਸਾਡੇ ਲੋਕਾਂ ਦੇ ਅੰਦਰੋਂ ਫੁੱਟਦੀ ਸੀ। ਤੁਹਾਡੀ ਗੱਲ
ਦੇ ਨਾਲ ਸਾਰਾ ਕੁਝ ਜੁੜ ਰਿਹਾ ਹੈ ਕਿ ਜਿਸ ਵੇਲੇ ਦੇਸ਼ ਦਾ ਵੱਡੀ ਗਿਣਤੀ ਨੌਜਵਾਨ ਤਾਂ ਰੋਟੀ ਤੋਂ ਆਤਰ ਨੌਕਰੀ ਨਹੀਂ ਮਿਲਦੀ, ਨੌਕਰੀ ਮੰਗਦਾ ਤੇ ਡਾਂਗਾ ਪੈਂਦੀਆਂ। ਉਹਦੇ ਅੰਦਰੋਂ ਮੇਰੇ ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨ ਖੜਾ ਹੈ, ਕਹਿੰਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਏਗਾ ਕਨਸਟੀਟਿਊਸ਼ਨਲ ਅਥਾਰਟੀ। ਮੈਂ ਨਹੀਂ ਮੰਨਦਾ, ਮੈਂ ਪਰਾਲੀ ਨੂੰ ਅੱਗ ਲਾ ਦਾਂਗਾ। ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸੂਹਾਂ ਚੁੱਕ ਰਹੇ ਨੇ ਤੇ ਗੁਰਦੁਆਰੇ 'ਚ ਅਨਾਉਂਸਮੈਂਟ ਕਰ ਰਹੇ ਵੀ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ, ਕਿ ਜਾਂ ਸਰਕਾਰ ਤੁਹਾਨੂੰ ਪੈਸੇ ਦੇਵੇ, ਨਹੀਂ ਤਾਂ ਅਸੀਂ ਲਾਣ ਲੱਗਿਆ ਪਰਾਲੀ ਨੂੰ ਅੱਗ। ਤੇ ਜੇ ਸਰਕਾਰਾਂ ਥੋੜੀਆਂ ਡਿਫਰੈਂਟ ਹੁੰਦਾ, ਮਾਹੌਲ ਥੋੜਾ ਡਿਫਰੈਂਟ ਹੁੰਦਾ, ਤੇ ਫਿਰ ਕਿਸਾਨ ਤਾਂ ਸਾਰੇ ਐਂਟੀ नेशनल ਹੁੰਦਾ, ਜਿਹੜੇ ਕਾਨੂੰਨ ਦੀ ਗੱਲ ਨਹੀਂ ਮੰਨਦੇ। अगर के मामले में तमिलनाडु में 10,000 लोगों के शहीद भी उन्होंने 10,000 लोगों के खिलाफ सेडिशन का केस कर दिया था। 10,000 लोगों के खिलाफ सेडिशन का केस कर दिया था। हरियाणा में, तमिलनाडु में, हरियाणा में मोदी तो नहीं है ना वहाँ, हर जगह सारा राष्ट्रवाद मोदी साहब की मोनोपोली नहीं है, बाकी की सरकारें ही सब कर दिया ने जी। हरियाणा में भी ऐसे ही हुआ है। मैं सिर्फ एक बात करूंगा, कुछ दिन पहले गांधी जयंती थी, गांधी जी ने कल्चर के मामले में एक चीज कही थी जो मैं नेशनलिज्म के बारे में कहूंगा। उन्होंने कहा था कि कल्चर यानी कि संस्कृति के अगर आप लेक या पॉन्ड में उसमें गोते खाना, उसमें तैरना तो अच्छी बात है, पर उसमें डूब जाना गलत है। तो वैसे ही राष्ट्रवाद के अंदर डूब जाना अंदर राष्ट्रवाद बिल्कुल समा नहीं बचा। सिर्फ इन्ना पूछा भी हुण दुनिया जिस वेले सब तो वड्डे नैशनलिस्ट ते फिर वो IS वाले ने, अजे उन्हां कोल जमीन है नहीं कि नेशन उन्होंने अपना बनाना है। जिथे जगह मिल गई उत्थे उत्थे बनाने की कोशिश कर रहे हैं। जे नेशनलिज्म ही एडी तगड़ी चीज है तो फिर नेशनलिस्ट ते महान IS वाले ने। देखो वो जेड़ा उस तरह दा नेशनलिज्म है, दुनिया भर दे उस तरह दा नेशनलिज्म जेड़ा हैगा ਉਹ ਵੀ ਸਾਨੂੰ ਐਕਸੈਪਟੇਬਲ ਨਹੀਂ ਹੈ। ਉਹਨੂੰ ਵੀ ਉਨੀ ਜ਼ੋਰਦਾਰ ਤਰੀਕੇ ਨਾਲ ਕੰਡੈਮ ਕਰਨਾ ਚਾਹੀਦਾ ਹੈ, ਉਹਦੇ ਕਾਊਂਟਰ ਕਰਨਾ ਚਾਹੀਦਾ ਜਿੰਨਾ ਅਸੀਂ ਇਸ ਤਰੀਕੇ ਦੇ ਰਾਸ਼ਟਰਵਾਦ ਨੂੰ ਕਾਊਂਟਰ ਕਰ ਰਹੇ ਹਾਂ ਔਰ ਕੰਡੈਮ ਕਰ ਰਹੇ हैं। जो धर्मनिरपेक्ष देश को धार्मिक देश बना के धर्मनिरपेक्षता को खत्म करे राष्ट्रवाद, वो राष्ट्रवाद नहीं है। ये सारा कुछ कर रहे हो, कॉन्स्टिट्यूशन ਦੀ ਸਹੁੰ ਚੁੱਕਦੇ ਹੋ। ਲਾਸਟ ਵਰਡ 10 ਸੈਕਿੰਡ। ਜਦ ਤੋਂ ਚਾਈਨਾ ਦੇ ਨਾਲ ਜ਼ਿਆਦਾ ਪੰਗਾ ਪੈਣਾ ਸ਼ੁਰੂ ਹੋਇਆ, ਮੈਨੂੰ ਲੱਗਦਾ ਸਾਰੇ ਕਾਮਰੇਡ ਜਿਹੜੇ ਨੇ ਉਹ ਦੇਸ਼ ਦੇ ਅਗੇਂਸਟ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ। ਚਾਈਨਾ ਨਾਲ ਮਜਬੂਰੀਆਂ ਦੇ ਵਿੱਚੋਂ ਰਾਸ਼ਟਰਵਾਦ ਦੀ ਬਹਿਸ ਚਲਾਈ ਬਣਵਾਈ ਉਹਨਾਂ ਕੋਲ। ਬਿਲਕੁਲ ਮੈਨੂੰ ਖਤਮ ਕਰਨ ਦੋ ਨਾ 10 ਸੈਕਿੰਡ ਕੇ ਮੈਨੂੰ ਹੁਣ ਸਵਾਲ ਇਹ ਦੱਸੋ ਵੀ ਕਮਿਊਨਿਸਟ ਪਾਕਿਸਤਾਨ ਚਲੇ ਜਾਣ ਕਿ ਚਾਈਨਾ? ਨਹੀਂ ਜੀ, ਹੁਣ ਚਾਈਨਾ ਤੋਂ ਸਾਰੇ ਆਰਡਰ ਲੈਂਦੇ ਨੇ, ਫੰਡਿੰਗ ਚਾਈਨਾ ਤੋਂ ਹੁੰਦੀ ਹੈ। ਇਹ ਸਾਰਾ ਡਾਇਲੌਗ ਜਿਹੜਾ ਹੈ ਇਹ ਚਾਈਨਾ ਸੈਂਟਰਿਕ ਹੈ ਤੇ ਹਿੰਦੁਸਤਾਨ ਵਿੱਚ ਡਿਸਟਰਬੈਂਸ ਕ੍ਰੀਏਟ ਕਰੋ। ਇਹ ਬਾਕੀ ਦੇ ਸਾਰੇ ਐਂਟੀ ਨੈਸ਼ਨਲ ਤੇ ਪੁੱਛ ਰਹੇ ਨੇ ਕਿਹੜੇ ਕੰਟਰੀ ਭੇਜੇ ਜਾਣ। ਜਿਹੜੇ ਅਨਨੈਸੈਸਰੀ ਡਾਇਲੌਗ ਕ੍ਰੀਏਟ ਕਰ ਰਹੇ ਨੇ, ਬਿਨਾਂ ਗੱਲ ਦੇ ਛੋਟੀ ਛੋਟੀ ਗੱਲਾਂ ਦਾ ਬਤੰਗੜ ਬਣਾ ਕੇ ਦੇਸ਼ ਨੂੰ ਬਦਨਾਮ ਕਰਨ ਦੀ, ਸੈਕੂਲਰਿਜ਼ਮ ਨੂੰ ਬਦਨਾਮ ਕਰਨ ਦੀ ਗੱਲ ਕਰ ਰਹੇ ਨੇ, ਮੈਂ ਉਹਨਾਂ ਬਾਰੇ ਗੱਲ ਕਰ ਰਿਹਾ। ਬਿਲਕੁਲ ਬਿਲਕੁਲ। ਜੇ BHU ਦੇ ਵਿੱਚ ਉੱਥੋਂ ਦੇ ਰਿਟਾਇਰਡ ਪ੍ਰੋਫੈਸਰ ਜਾਂਦੇ ਤਾਂ ਉਹ ਐਂਟੀ ਨੈਸ਼ਨਲ ਨੇ, ਪਰ ਜੇ ਦੇਰੇ ਦੇ ਵਿੱਚ 51 ਲੱਖ ਰੁਪਈਆ ਲੈ ਕੇ ਦੋ ਮੰਤਰੀ ਜਾਂਦੇ ਨੇ। ਨੈਸ਼ਨਲ ਤੁਹਾਡੀ ਗੱਲ ਆ ਗਈ, ਮੈਨੂੰ ਤਾਂ ਸਿਰਫ ਇਹਨਾਂ ਪਤਾ, ਮੈਂ ਕੁਝ ਦਿਨ ਪਹਿਲਾਂ ਇੱਕ ਟਰਾਈ ਕਲਰ ਕਿਸੇ ਬੈਗਰ ਤੋਂ, ਕਿਸੇ ਮੰਗਣ ਵਾਲੇ ਤੋਂ ਖਰੀਦ ਬੈਠਾ ਸੜਕ ਦੇ ਉੱਤੇ, ਤੇ ਉਹ ਮੈਂ ਸੋਚਿਆ ਸੀ ਘਰ ਜਾ ਕੇ ਰੱਖ ਦਿੰਨਾ, ਤੇ ਮੈਂ ਫਿਰ ਉਹ ਤੋਂ ਪਿੱਛਾ ਛੁਡਾਉਣ ਸੀ ਵੀ ਇਹਨੂੰ ਕਿੱਥੇ ਸੁੱਟਾਂ, ਤੇ ਮੈਂ ਉਹਨੂੰ ਕਮਰੇ 'ਚ ਲੈ ਕੇ ਬੈਠਾ ਤੇ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਨੂੰ ਡਿਸਪੋਜ਼ ਆਫ ਕਿੱਦਾਂ ਕਰੀਦਾ। ਉਹਨੂੰ ਡਸਟਬਿਨ ਵਿੱਚ ਸੁੱਟਣ ਦਾ ਹੀਆ ਮੇਰਾ ਨਹੀਂ ਪੈਂਦਾ, ਕਿਉਂਕਿ ਉਹ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਤਿਰੰਗਾ ਭਾਵੇਂ ਉਹ ਛੋਟਾ ਜਿਹਾ ਕਾਗਜ਼ ਦੇ ਉੱਤੇ ਹੈ ਕਿ ਮੈਂ ਉਹਨੂੰ ਡਸਟਬਿਨ ਵਿੱਚ ਸੁੱਟ ਦਿਆਂ। ਇਹ ਮੇਰਾ ਹੀਆ ਨਹੀਂ ਪੈਂਦਾ, ਭਾਵੇਂ ਮੈਨੂੰ ਉੱਥੇ ਕੋਈ ਨਹੀਂ ਦੇਖ ਰਿਹਾ, ਤੇ ਕਮਰੇ ਵਿੱਚ ਇਕੱਲੇ ਬੈਠੇ ਨੂੰ ਇੰਝ ਜਾਪਦਾ ਹੈ ਕਿ ਮੈਂ ਹੁਣ ਨੈਸ਼ਨਲਿਸਟ ਹੋ ਗਿਆ। ਤੇ ਸਿਨੇਮਾ ਘਰ ਦੇ ਵਿੱਚ ਮੈਨੂੰ ਡਰ ਬੜਾ ਲੱਗਦਾ ਹੈ ਵੀ ਜੇ ਮੇਰੇ ਕਿਸੇ ਬੱਚੇ ਦੇ ਗਿੱਟੇ ਤੇ ਮੋਚ ਆਈ ਹੋਵੇ ਤੇ ਉਹ ਖੜਾ ਨਾ ਹੋ ਸਕੇ ਤਾਂ ਇੰਟਰਨੈਸ਼ਨਲ ਹੋ ਗਿਆ, ਨੈਸ਼ਨਲਿਜ਼ਮ ਨਾ ਸਿਖਾ ਦੇਵੇ ਇੰਨੀ ਦੇਰ ਮੈਂ ਉਹਨੂੰ ਸਮਝਾ ਵੀ ਨਾ ਪਾਵਾਂ ਕਿ ਭਾਈ ਉਹਦਾ ਗਿੱਟਾ ਅਜੇ ਟੁੱਟਿਆ ਤੇ ਵਿਚਾਰਾ ਐਂਟੀ ਨੈਸ਼ਨਲ ਨਹੀਂ ਹੈਗਾ, ਅਜੇ ਤਾਜ਼ਾ ਗਿੱਟਾ ਟੁੱਟਿਆ ਅਜੇ, ਤੇ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀਲ ਚੇਅਰ ਦੇ ਵਿੱਚ ਬੈਠਾ ਸੀ ਉਹਨੂੰ ਕੁੱਟਣ ਨੂੰ ਫਿਰਦੇ ਸੀ। ਇੱਕ ਸੱਚਰ ਕਵੀ ਵਜੋਂ ਜੀ ਕਵੀ ਸਾਡਾ ਜੀ ਕਿ ਮੁਖਾਲਫ ਆਪਣੇ ਹੀ ਲੜਨ ਦਾ ਅਭਿਆਸ ਕਰਦੇ ਨੇ, ਉਹ ਅੱਜ ਕੱਲ ਦਲਦਲਾਂ ਵਿੱਚ ਤਰਨ ਦਾ ਅਭਿਆਸ ਕਰਦੇ ਨੇ। ਨਥਿੰਗ ਆਫਟਰ ਦਿਸ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ।